मीटिंग सद्दी आ। सारी भारत ਦੀਆਂ किसान जथेबंदियां ਦੇ ਨੁਮਾਇੰਦੇ ਪਹੁੰਚਣ, ਉਹਨਾਂ ਨੂੰ ਸੱਦਾ ਹੈ ਤੇ ਸਾਰੀਆਂ ਪੰਥਕ ਜਥੇਬੰਦੀਆਂ ਜਿਹੜਾ ਉਹਨਾਂ ਨੂੰ ਸੱਦਾ ਹੈ, ਜਿਹੜਾ ਸੰਤ ਸਮਾਜ ਦੇ ਆਗੂ ਨੇ ਉਹਨਾਂ ਨੂੰ ਵੀ ਅਸੀਂ ਸੱਦਾ ਦਿੰਦੇ ਆ ਵੀ ਇੱਥੇ ਪਹੁੰਚ ਕੇ ਸਾਨੂੰ ਰਾਏ ਦਿਓ, ਸੁਝਾਅ ਦਿਓ ਵੀ ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਇੰਨੇ ਦਿਨਾਂ ਦੀ ਬੈਠੇ ਨੇ, ਨਾਲ ਹੀ ਕੱਲੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਟਾਰਗੇਟ ਨਹੀਂ ਕਰਦੇ, ਸੰਯੁਕਤ ਮੋਰਚੇ ਵਾਲੇ ਨੇ, ਇਹਨਾਂ ਨੇ ਨਾਲ ਹੀ ਜਿਹੜੇ ਕਾਰ ਸੇਵਾ ਵਾਲੇ ਬਾਬੇ ਨੇ, ਲੰਗਰਾਂ ਵਾਲੇ ਨੇ, ਉਹਨਾਂ ਤੇ ਵੀ ਕਈ ਵਾਰੀ ਅਟੈਕ ਕਰਤਾ ਵੀ ਅਸੀਂ ਕਿਹੜਾ ਨੂੰ ਘਰੋਂ ਬੁਲਾਉਣ ਗਏ, ਇਹ ਵੀ ਚਲੇ ਜਾਣ। ਤੇ ਮੈਂ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੂੰ ਬੇਨਤੀ ਕਰਦਾ ਕਿ ਇਹ ਸਾਡੇ ਤੇ ਇਲਜ਼ਾਮ ਲਾਉਂਦੇ ਨੇ, ਕਾਰ ਸੇਵਾ ਵਾਲਿਆਂ ਤੇ ਵੀ ਤੇ ਨਿਹੰਗ ਸਿੰਘ ਜਥੇਬੰਦੀਆਂ ਤੇ ਵੀ, ਇਹ ਇੱਥੇ ਚਲੋ ਜਾਣ, ਇਹਨਾਂ ਦੀ ਕੋਈ ਲੋੜ ਨਹੀਂ ਹੈ। ਅਸੀਂ ਇੱਥੋਂ ਜਾਣ ਵਾਸਤੇ ਬਿਲਕੁਲ ਤਿਆਰ ਆ। ਮੈਂ ਪਹਿਲਾਂ ਵੀ ਕਈ ਵਾਰੀ ਸਟੇਜ ਤੇ ਬੋਲਿਆ ਵੀ ਇੱਕ ਬੰਦਾ ਇਹਨਾਂ ਦਾ ਆਗੂ ਸੰਯੁਕਤ ਮੋਰਚੇ ਸਟੇਜ ਤੋਂ ਐਲਾਨ ਕਰਦੇ ਵੀ ਨਿਹੰਗ ਸਿੰਘਾਂ ਦੀ ਲੋੜ ਨਹੀਂ, ਚਲੇ ਜਾਂਦੇ ਆ। ਅੱਜ ਜੋ ਸਥਿਤੀ ਬਣੀ ਆ, ਸਾਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ। ਇਹ ਹਿੰਸਕ ਲੋਕ ਨੇ, ਇਹ ਆਏ ਨੇ, ਇਹ ਆਏ ਨਹੀਂ। ਹੁਣ ਤੱਕ ਅਸੀਂ ਕਿੱਡਾ ਕਿ ਇੱਥੇ ਅਪਰਾਧ ਕਰਤਾ, ਅਸੀਂ ਤਾਂ ਇੱਥੇ ਸੇਵਾਵਾਂ ਕਰਦੇ ਹਾਂ। ਜੇ ਅੱਜ ਸਾਡੇ ਗੁਰੂ ਦੀ ਇਸ਼ਟ ਦੀ ਬੇਅਦਬੀ ਹੋਈ ਤਾਂ ਇਹ ਘਟਨਾ ਘਟੀ, ਉਹ ਬੰਦੇ ਕੌਣ ਨੇ ਜਿਨ੍ਹਾਂ ਨੇ ਉਹਨੂੰ ਭੇਜਿਆ, ਇਹਦੀ ਤਫਤੀਸ਼ ਹੋਣੀ ਚਾਹੀਦੀ ਆ। ਤੇ 27 ਤਰੀਕ ਨੂੰ ਅਸੀਂ ਇੱਕ ਵੱਡਾ ਇਕੱਠ ਰੱਖ ਰਹੇ ਹਾਂ, ਜਿਹਦੇ ਵਿੱਚ ਸਾਰੀਆਂ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਕਾਰ ਸੇਵਾ ਵਾਲੇ ਮਹਾਂਪੁਰਖ, ਪੰਥਕ ਜਥੇਬੰਦੀਆਂ, ਤੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਤੁਸੀਂ ਇੱਥੇ ਪਹੁੰਚੋ। ਇਹ ਮੀਟਿੰਗ ਹੋਵੇਗੀ ਇੱਕ, ਉਹਦੇ ਵਿੱਚ ਸਾਨੂੰ ਸੁਝਾਅ ਦਿਓ ਵੀ ਤੁਸੀਂ ਇੱਥੋਂ ਚਲੇ ਜਾਓ ਜਾਂ ਇੱਥੇ ਤੁਹਾਡਾ ਰਹਿਣਾ ਬਣਦਾ ਹੈ, ਇਹ ਸਾਨੂੰ ਆ ਕੇ ਤੁਸੀਂ ਦੱਸੋ। ਤੇ ਜਿਹੜੀਆਂ ਦੇਸ਼ ਵਿਦੇਸ਼ ਦੇ ਵਿੱਚ ਅਮਰੀਕਾ, ਕੈਨੇਡਾ, ਜਰਮਨ, ਫਰਾਂਸ, ਹੋਰ ਦੇਸ਼ਾਂ ਦੀਆਂ ਸੰਗਤਾਂ ਜਿਹੜੀਆਂ ਇੱਥੇ ਸੇਵਾਵਾਂ ਭੇਜਦੀਆਂ ਨੇ, ਉਹਨਾਂ ਨੇ ਸੰਯੁਕਤ ਮੋਰਚੇ ਨੂੰ ਫੰਡ ਵੀ ਭੇਜੇ ਨੇ, ਉਹਨਾਂ ਦੇ ਲੰਗਰ ਵੀ ਲੱਗ ਰਹੇ ਨੇ, ਹੋਰ ਵੀ ਸੇਵਾਵਾਂ ਸਮੇਂ-ਸਮੇਂ ਸਿਰ ਨਾਲ ਉਹ ਬਾਹਰਲੇ ਜਿਹੜੀਆਂ ਗੁਰਦੁਆਰੇ ਪ੍ਰਬੰਧਕ ਕਮੇਟੀਆਂ ਨੇ, ਉੱਥੇ ਦੀਆਂ ਜਥੇਬੰਦੀਆਂ ਨੇ, ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਤੁਸੀਂ ਵੀ 27 ਤਰੀਕ ਤੱਕ ਆਪੋ ਆਪਣੇ ਜਿਹੜੇ ਮੈਸੇਜ ਨੇ, ਜਿਹੜੇ ਆ ਤੁਹਾਡੀ ਰਾਏ ਆ, ਉਹ ਸਾਨੂੰ, ਅਸੀਂ ਤੁਹਾਨੂੰ WhatsApp ਨੰਬਰ ਦੇਵਾਂਗੇ, ਮੋਬਾਈਲ ਨੰਬਰ ਦੇਵਾਂਗੇ, ਉਹਦੇ ਉੱਤੇ ਈਮੇਲ ਕਰੋ। ਤੁਹਾਡਾ ਜਿਹੜਾ ਸੁਨੇਹਾ ਉਹ ਸਾਡੇ ਤੱਕ ਪਹੁੰਚਦਾ ਹੋਵੇ ਵੀ ਨਿਹੰਗ ਸਿੰਘ ਜਿਹੜੇ ਜਥੇਬੰਦੀਆਂ ਨੇ ਉਹ ਇੱਥੋਂ ਚੱਲੀਆਂ ਜਾਣ। ਜੇ ਸਾਰੇ ਤੁਸੀਂ ਇਕੱਤਰ ਹੋ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ, ਇੱਥੋਂ ਦੀਆਂ ਪੰਥਕ ਧਿਰਾਂ, ਕਿਸਾਨ ਜਥੇਬੰਦੀਆਂ, ਸਾਨੂੰ ਤੁਸੀਂ ਕਹੋਗੇ ਵੀ ਤੁਸੀਂ ਨਿਹੰਗ ਸਿੰਘ ਹੁਣ ਇੱਥੋਂ ਚਲੇ ਜਾਵੋ, ਤਾਂ ਅਸੀਂ ਉਸੇ ਟਾਈਮ ਸਾਰੇ ਦਲ ਪੰਥ ਇੱਥੋਂ ਸਿੰਘੂ ਬਾਰਡਰ ਛੱਡ ਕੇ ਆਪੋ ਆਪਣੀ ਜਿੰਨੀ ਸੇਵਾ ਸਾਡੀ ਮਨਜ਼ੂਰ ਕਰ ਲਿਓ, ਅਸੀਂ ਪੰਜਾਬ ਨੂੰ ਚਾਲਾ ਕਰ ਦਾਂਗੇ, ਆਪੋ ਆਪਣੇ ਪੜਾਵਾਂ ਨੂੰ ਚਲੇ ਜਾਵਾਂਗੇ। ਤੇ ਬਾਕੀ ਜੇ ਸਾਨੂੰ ਇੱਥੇ ਤੁਸੀਂ ਕਹੋਗੇ ਇੱਥੇ ਬੈਠ ਕੇ ਸੇਵਾ ਕਰੋ, ਜਿੰਨਾ ਚਿਰ ਇਹ ਮੋਰਚਾ ਹੱਲ ਨਹੀਂ ਹੁੰਦਾ ਤੁਸੀਂ ਇੱਥੇ ਬੈਠੇ ਰਹੋ, ਤਾਂ ਅਸੀਂ ਇੱਥੇ ਡਟੇ ਰਹਾਂਗੇ। ਅਸੀਂ ਤਾਂ ਵੈਸੇ ਇਹ ਗੱਲ ਹੁਣ ਤੱਕ ਕਹਿੰਦੇ ਆਏ ਆ ਤੇ ਕਹਿ ਰਹੇ ਹਾਂ ਵੀ ਜਿੰਨਾ ਚਿਰ ਮੋਰਚਾ ਹੱਲ ਨਹੀਂ ਹੁੰਦਾ, ਨਿਹੰਗ ਸਿੰਘ ਜਥੇਬੰਦੀਆਂ ਇਸੇ ਤਰ੍ਹਾਂ ਡਟੀਆਂ ਰਹਿਣਗੀਆਂ। 27 ਤਰੀਕ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ, ਧਾਰਮਿਕ ਜਿਹੜੀਆਂ ਆਪਣੇ ਪੰਥਕ ਜਥੇਬੰਦੀਆਂ ਨੇ, ਉਹ ਕਾਰ ਸੇਵਾ ਵਾਲੇ ਮਹਾਂਪੁਰਖ, ਤੁਹਾਡੇ ਤੇ ਵੀ ਅਟੈਕ ਕੀਤਾ ਗਿਆ ਇਹਨਾਂ ਦਾ, ਤੇ ਹੋਰ ਜਿੰਨੀਆਂ ਜਥੇਬੰਦੀਆਂ ਨੇ, ਦੇਸ਼ ਵਿਦੇਸ਼ ਦੀਆਂ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ, ਉੱਥੋਂ ਦੀਆਂ ਜਥੇਬੰਦੀਆਂ ਨੇ, ਉਹ ਈਮੇਲ ਰਾਹੀਂ ਜਾਂ WhatsApp ਰਾਹੀਂ ਆਪਣਾ ਸੁਨੇਹਾ ਸਾਡੇ ਤੱਕ ਪਹੁੰਚਦਾ ਕਰੋ। ਤੇ ਸਾਡਾ ਨੰਬਰ ਨੋਟ ਕਰ ਲਿਓ, 98-152 64-704, 98-152 64-704 ਇਹ ਨੰਬਰ ਆ। ਇਹ ਬਾਬਾ ਜੀ ਵੀ ਦੱਸਣਗੇ ਆਪੋ ਆਪਣਾ ਨੰਬਰ। WhatsApp ਨੇ ਇਹ ਸਾਡੇ, ਤੇ WhatsApp ਵੀ ਚੱਲਦਾ, ਤੁਸੀਂ ਜਿਹੜੀ ਹੋਰ ਕੋਈ ਜਾਣਕਾਰੀ ਆ ਤੁਸੀਂ ਇਹਦੇ ਉੱਤੇ ਜਾਣਕਾਰੀ ਵੀ ਲੈ ਸਕਦੇ ਹੋ। ਤੇ ਜਿਹੜਾ ਤੁਹਾਡਾ ਸੁਝਾਅ, ਜਿਹੜਾ ਤੁਸੀਂ ਸਾਨੂੰ ਸੁਨੇਹਾ ਦੇਣਾ, ਇੱਥੇ ਰਾਏ ਦੇਣੀ, ਤੁਸੀਂ ਆ ਨਹੀਂ ਸਕਦੇ ਕਿਉਂਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋ, ਆਪਣੀਆਂ ਸੇਵਾਵਾਂ ਕਰ ਰਹੇ ਹੋ, ਤੁਸੀਂ ਉਹ ਆਪਣਾ ਸੁਨੇਹਾ, ਸਾਡੇ ਪ੍ਰਤੀ ਤੁਹਾਡਾ ਸੁਨੇਹਾ ਕੀ ਹੈ ਇੱਥੋਂ ਜਾਣ ਦਾ ਜਾਂ ਇੱਥੇ ਸਾਨੂੰ ਡਟਣ ਦਾ, ਉਹ ਤੁਸੀਂ ਦੱਸਣਾ। ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੇ ਤੇ ਜਿਹੜੀਆਂ ਪੰਜਾਬ ਦੀਆਂ ਪੰਥਕ ਧਿਰਾਂ ਨੇ ਉਹ ਪਹੁੰਚਣ, ਭਾਰਤ ਦੀਆਂ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹ ਸਾਨੂੰ ਪਹੁੰਚ ਕੇ ਇੱਥੇ ਕਹਿਣ ਸਾਰੀਆਂ ਵੀ ਤੁਸੀਂ ਇੱਥੇ ਸੇਵਾ ਕਰੋ ਜਾਂ ਇੱਥੋਂ ਚਲੇ ਜਾਓ। ਅਸੀਂ ਸੰਗਤ ਦਾ ਜਿਹੜਾ ਹੁਕਮ ਆ ਉਹ ਸੱਤ ਕਰਕੇ ਮੰਨਾਂਗੇ। ਇਹ ਅਸੀਂ ਇਹ ਬੇਨਤੀ ਕਰਨ ਵਾਸਤੇ ਅੱਜ ਪ੍ਰੈਸ ਕਾਨਫਰੰਸ ਕਰੀ ਆ। ਨਾਲ ਹੀ ਇਹ ਜਿਹੜਾ ਬੇਅਦਬੀ ਦਾ ਮੁੱਦਾ, ਦੇਖੋ ਸਭ ਤੋਂ ਪਹਿਲਾਂ ਸਾਨੂੰ ਗੁਰੂ ਪਿਆਰਾ, ਸਾਡਾ ਜ਼ਮੀਨਾਂ ਤਾਂ ਬਾਅਦ ਚ ਨੇ। ਜੇ ਸਾਡੇ ਕੋਈ ਗੁਰੂ ਦੀ ਇਸ਼ਟ ਦੀ ਬੇਅਦਬੀ ਕਰਦਾ ਉਹ ਕਥਾ ਚਿੱਤ ਦੀ ਬਰਦਾਸ਼ਤ ਨਹੀਂ ਕੀਤੀ ਜਾਊ। ਅੱਜ ਰੌਲਾ ਪਿਆ ਹੋਇਆ, ਉੱਥੇ ਦਲਤ ਮਾਰਤਾ
ਤੇ ਗੁਰੂ ਦੀ ਕੋਈ ਗੱਲ ਹੀ ਨਹੀਂ ਕਰਦਾ। ਇਹ ਵੀਡੀਓ ਬਹੁਤ ਚੱਲੀ ਹੈ, ਵਾਇਰਲ ਹੋ ਰਹੀ ਹੈ। ਇੱਕ ਫੌਜੀ ਵੀਰ ਇੱਕ ਠੋਕ ਕੇ ਨਿਹੰਗ ਸਿੰਘਾਂ ਦੇ ਹੱਕ ਦੇ ਵਿੱਚ ਆਇਆ। ਉਹ ਕਹਿ ਰਿਹਾ ਵੀ ਜਦੋਂ ਦਾ ਮੋਰਚਾ ਲੱਗਿਆ, ਨਿਹੰਗ ਸਿੰਘਾਂ ਨੇ ਹੁਣ ਤੱਕ ਜਿੰਨੀਆਂ ਵੀ ਸੇਵਾਵਾਂ ਦਿੱਤੀਆਂ ਨੇ, ਉੱਥੇ RSS ਆਈ, ਉੱਥੇ BJP ਆਈ, ਮੂੰਹ ਤੋੜ ਜਵਾਬ ਦਿੱਤਾ। ਮੂਹਰੇ ਇੱਕ ਡਾਕ ਕਿਸਾਨਾਂ ਦੇ ਅੱਗੇ ਖੜਦੇ ਰਹੇ। ਅੱਜ ਤੁਸੀਂ ਉਹਨਾਂ ਨੂੰ ਕਹਿੰਦਾ ਚਲੇ ਜਾਓ, ਇਹ ਬਹੁਤ ਮਾੜੀ ਗੱਲ ਆ। ਉੱਥੇ ਗੁਰੂ ਸਾਹਿਬ ਦੀ ਇਸ਼ਟ ਦੀ ਬੇਅਦਬੀ ਹੈ। ਗੁਰੂ ਸਾਹਿਬ ਦੇ ਬੇਅਦਬੀ ਦਾ ਕੋਈ ਨਾਂ ਨਹੀਂ ਲੈ ਰਿਹਾ, ਬਸ ਇੱਕੋ ਹੀ ਗੱਲ ਕਰੀ ਜਾ ਰਹੇ ਨੇ ਉੱਥੇ ਵੀ ਉਸੇ ਦਲਿਤ ਮਾਰਦਾ, ਉੱਥੇ ਦਲਿਤ ਮਾਰਦਾ। ਮੈਂ ਸਾਰਿਆਂ ਨੂੰ ਇਹ ਕਲੀਅਰ ਕਰਨਾ ਚਾਹੁੰਦਾ ਵੀ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਂ ਕੋਈ ਵੀ ਗ੍ਰੰਥ ਹੈ, ਰਮਾਇਣ ਹੈ, ਗੁਰੂ ਗ੍ਰੰਥ ਸਾਹਿਬ ਹੈ, ਬਾਈਬਲ ਹੈ, ਕੁਰਾਨ ਹੈ, ਸਾਨੂੰ ਸਾਰੇ ਸਤਿਕਾਰਯੋਗ ਨੇ। ਜੋ ਵੀ ਇਹਨਾਂ ਦੀ ਬੇਅਦਬੀ ਕਰਦਾ, ਉਹ ਨਾ ਤਾਂ ਕਿਸੇ ਕੌਮ ਦਾ ਹੋ ਸਕਦਾ, ਨਾ ਕਿਸੇ ਜਾਤ ਦਾ ਹੋ ਸਕਦਾ। ਮੈਂ ਕਹਿੰਦਾ ਉਹ ਇਨਸਾਨ ਹੀ ਨਹੀਂ, ਉਹ ਇੱਕ ਹੈਵਾਨ ਹੈ ਜਿਹੜੇ ਇਹੋ ਜਿਹੇ ਘਿਨਾਉਣੇ ਕੰਮ ਕਰਦਾ। ਤੇ ਜਿਹੜੇ ਲੋਕ ਉਹਨਾਂ ਲੋਕਾਂ ਤੋਂ ਇਹ ਕਾਂਡ ਕਰਵਾ ਰਹੇ ਨੇ, ਉਹਨਾਂ ਦੇ ਚਿਹਰੇ ਮੂਹਰੇ ਨੰਗੇ ਹੋਣੇ ਚਾਹੀਦੇ ਨੇ। ਹੁਣ ਅੱਜ ਬਹੁਤਾ ਰੌਲਾ ਪੈ ਰਿਹਾ ਵੀ ਉਹਨੂੰ ਨਜਾਇਜ਼ ਮਾਰਿਆ ਗਿਆ। ਮੈਂ ਪੁੱਛਣਾ ਚਾਹੁੰਦਾ ਉਹਨਾਂ ਵੀਰਾਂ ਨੂੰ ਜਿਹੜੇ ਇਹ ਰੌਲਾ ਪਾ ਰਹੇ ਨੇ ਤੇ ਇਹ ਕਹਿ ਰਹੇ ਨੇ ਉਹ ਗਰੀਬ ਮਾਰਤਾ, ਇਹਨਾਂ ਤੇ ਹੋਰ ਕਿਸੇ ਦੇ ਬਸ ਨਹੀਂ ਚੱਲਦਾ। ਵੀ ਦੇਖੋ ਇਹਦੇ ਵਿੱਚ ਗਰੀਬ ਤੇ ਅਮੀਰ ਦਾ ਕੀ ਆ? ਇੱਥੇ ਗਰੀਬ ਤੇ ਅਮੀਰ ਦੀ ਗੱਲ ਨਹੀਂ, ਇੱਥੇ ਗੁਰੂ ਦੀ ਇਸ਼ਟ ਦੀ ਗੱਲ ਹੈ। ਇੱਥੇ ਸਾਡੇ ਵੱਡੇ ਮਹਾਂਪੁਰਖਾਂ ਦੀ, ਗੁਰੂਆਂ ਪੀਰਾਂ ਦੀ ਗੱਲ ਹੈ। ਇੱਥੇ ਰਮਾਇਣ ਦੀ ਗੱਲ ਹੈ, ਇੱਥੇ ਬਾਈਬਲ ਦੀ ਗੱਲ ਹੈ, ਇੱਥੇ ਕੁਰਾਨ ਦੀ ਗੱਲ ਹੈ, ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੀ ਗੱਲ ਆ। ਜਾਂ ਕਿਸੇ ਸਤਿਕਾਰਯੋਗ ਜਿਵੇਂ ਡਾਕਟਰ ਭੀਮ ਰਾਓ ਦਾ ਅੰਬੇਡਕਰ ਦਾ ਬੁੱਤ ਭੰਨਿਆ ਜਾਣਾ, ਜਾਂ ਭਗਤ ਰਵਿਦਾਸ ਦੇ ਬੁੱਤ ਨਾਲ ਛੇੜਛਾੜ ਕਰਨੀ, ਇਹ ਵੀ ਉਹ ਵੱਡੇ ਰਹਿਬਰ ਨੇ, ਉਹਨਾਂ ਨਾਲ ਵੀ ਇਹ ਬਹੁਤ ਵੱਡਾ ਗਲਤ ਹੈ। ਜੇ ਕੋਈ ਉਹਨਾਂ ਨੂੰ ਤੋੜਦਾ, ਉਹ ਇਨਸਾਨ ਨਹੀਂ, ਉਹ ਸਤਿਕਾਰਯੋਗ ਨੇ। ਸਾਰੇ ਧਰਮ ਸਤਿਕਾਰਯੋਗ ਨੇ, ਕਿਸੇ ਵੀ ਧਰਮ ਦੀ ਨਹੀਂ ਬੇਅਦਬੀ ਹੋਣੀ ਚਾਹੀਦੀ। ਪਰ ਇੱਥੇ ਉਹ ਸ਼ਖਸ ਨੂੰ ਜਦੋਂ ਉਹਦੀ ਭੈਣ ਦੇ ਬਿਆਨ ਸੁਣਦੇ ਆ, ਪਿੰਡੋਂ ਬਿਆਨ ਆਉਂਦੇ ਨੇ ਵੀ ਉਹਦੇ ਕੋਲ ਉਹਨੂੰ ਰਾਹ ਦਾ ਨਹੀਂ ਪਤਾ ਸੀ, ਉਹ 20 ਕਿਲੋਮੀਟਰ ਨਹੀਂ ਜਾ ਸਕਦਾ, ਸਿੰਘੂ ਬਾਰਡਰ ਤੇ ਕਿਵੇਂ ਪਹੁੰਚ ਗਿਆ। ਤੇ ਉਹਦੀ ਭੈਣ ਦਾ ਇਹ ਵੀ ਇੱਕ ਮਹੱਤਵਪੂਰਨ ਬਿਆਨ ਆ ਵੀ ਉਹ ਘੰਟਿਆਂ ਵੱਧੀ ਕਾਫੀ ਲੰਮਾ ਸਮਾਂ ਜਦੋਂ ਗੱਲ ਕਰਦੇ ਸਾਨੂੰ ਬਾਹਰੇ ਕੱਢ ਦਿੰਦਾ ਸੀ। ਕੋਈ ਸੰਧੂ ਨਾਮ ਦਾ ਵਿਅਕਤੀ ਸੀ ਜਿਹੜਾ ਉਹਦੇ ਨਾਲ ਗੱਲ ਕਰਦਾ ਸੀ, ਉਸ ਤੋਂ ਬਾਅਦ ਉਹ ਸਾਨੂੰ ਦੱਸਦਾ ਹੁੰਦਾ ਸੀ ਆਪਦੀ ਭੈਣ ਨੂੰ ਵੀ ਮੇਰੇ ਤਹਾਂ ਤੱਕ ਗੱਲ ਹੋ ਗਈ। ਉਹ ਕੌਣ ਲੋਕ ਨੇ, ਕਿਹੜੇ ਤਹਾਂ ਵਾਲੇ ਨੇ, ਕੌਣ ਸੰਧੂ ਆ, ਇਹ ਸਾਰੀ ਜਿਹੜੀ ਸੱਚਾਈ ਹੈ, ਕੌਣ ਭੇਜਣ ਵਾਲਾ ਇੱਥੇ ਉਹਨੂੰ, ਕੌਣ ਕਰਵਾਉਣ ਵਾਲਾ, ਇਹ ਸਾਰੀ ਸੱਚਾਈ ਹੈ ਜਿਹੜੀ ਇਹ ਸਾਹਮਣੇ ਆਉਣੀ ਚਾਹੀਦੀ ਗੱਲ। ਇਹ ਮੋਰਚੇ ਨੂੰ ਕਰਨੀ ਚਾਹੀਦੀ ਸੀ। ਮੋਰਚੇ ਨੇ ਨਿਹੰਗ ਸਿੰਘਾਂ ਤੇ ਤਵਾ ਲਾਤਾ ਵੀ ਇਹ ਚਲੇ ਜਾਣ। ਦੇਖੋ ਅਸੀਂ ਸੰਗਤ ਨੂੰ ਫੇਰ ਦੁਬਾਰਾ ਬੇਨਤੀ ਕਰਦੇ ਹਾਂ, ਇਹੋ ਜਿਹੀਆਂ ਜਿਹੜੀਆਂ ਕਾਰਵਾਈਆਂ ਨੇ ਇਹ ਕਿਸੇ ਸਾਡੀ ਕੋਈ ਉਹਦੇ ਨਾਲ ਜਾਤੀ ਦੁਸ਼ਮਣ ਨਹੀਂ ਸੀ, ਸਾਡਾ ਉਹਦੇ ਨਾਲ ਕੋਈ ਵੈਰ ਨਹੀਂ ਸੀ। ਪਹਿਲੀ ਗੱਲ ਤਾਂ ਉਹ ਅਸੀਂ ਉਹਦੇ ਘਰੇ ਉਹਨੂੰ ਮਾਰ ਨਹੀਂ ਗਏ। ਜਿਹੜੇ ਨਿਹੰਗ ਸਿੰਘ ਸੀਗੇ ਉਹ ਚੱਲ ਕੇ ਸਾਡੇ ਕੋਲੇ ਇੱਥੇ ਸਾਡੇ ਖੇਮੇ ਦੇ ਵਿੱਚ ਸਾਡੇ ਉਥੇ ਸਥਾਨ ਤੇ ਆਇਆ। ਜੇ ਉਹ ਆਇਆ ਉਹਨੇ ਬੇਅਦਬੀ ਕੀਤੀ ਤਾਂ ਮਾਰਿਆ। ਅੱਜ ਕਈ ਲੋਕ ਕਹਿ ਰਹੇ ਨੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ, ਕੰਨ ਖੋਲ ਕੇ ਸੁਣ ਲਏ, ਉਹਦਾ ਬਿਆਨ ਆ ਵੀ ਕਦੇ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ, ਕਦੇ ਕਾਸੇ ਦੀ। ਮੈਂ ਦੱਸਣਾ ਚਾਹੁੰਦਾ ਸੰਗਤਾਂ ਨੂੰ, ਹਰੇਕ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦਾ ਪ੍ਰਕਾਸ਼ ਹੁੰਦਾ, ਪਰ ਨਿਹੰਗ ਸਿੰਘ ਜਿਹੜੀਆਂ ਫੌਜਾਂ ਨੇ ਉਹ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਉੱਥੇ ਨਾਲ ਹੀ 10ਵੇਂ ਗ੍ਰੰਥ ਦਾ ਪ੍ਰਕਾਸ਼ ਕਰਦੇ ਨੇ, ਨਾਲ ਹੀ ਜਿਹੜਾ ਆਪਣੇ ਸਰਬਲੋ ਗ੍ਰੰਥ ਦਾ ਉਹਦਾ ਪ੍ਰਕਾਸ਼ ਕੀਤਾ ਜਾਂਦਾ। ਉਹ ਜਦੋਂ ਪਾਲਕੀ ਦੇ ਵਿੱਚ ਬੰਦਾ ਵੜਿਆ, ਉਹਨੇ ਰਮਾਲੇ ਲਾਹੇ, ਮਹਾਰਾਜ ਦਾ ਪ੍ਰਕਾਸ਼ ਨਹੀਂ ਸੀ ਹੋਇਆ, ਰਮਾਲੇ ਲਾ ਕੇ ਛਿੱਟੇ, ਉਹਨਾਂ ਵਿੱਚੋਂ ਜਿਹੜਾ ਸਰਬਲੋ ਗ੍ਰੰਥ ਆ ਉਹ ਚੱਕ ਕੇ ਲੈ ਗਿਆ ਸੀਗਾ ਬਾਹਰੇ। ਇਹ ਵੀ ਬਹੁਤ ਵੱਡੀ ਬੇਅਦਬੀ ਹੈ। ਉਹ ਵੀ ਗੁਰਬਾਣੀ ਹੈ, ਤੁਸੀਂ ਉਹਨੂੰ ਗੁਰੂ ਨਹੀਂ ਮੰਨਦੇ, ਤੁਸੀਂ ਉਹਨੂੰ ਸਤਿਕਾਰ ਨਹੀਂ ਦਿੰਦੇ, ਤੁਸੀਂ ਨਹੀਂ ਮੰਨਣਾ ਤੁਹਾਡੀ ਮਰਜ਼ੀ ਹੈ, ਪਰ ਅਸੀਂ ਮੰਨਦੇ ਹਾਂ। ਉਹ ਗੁਰੂ ਸਾਹਿਬ ਦੀ ਬਾਣੀ ਹੈ, 10ਵਾਂ ਗ੍ਰੰਥ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਹੈ। ਜੇ ਤੁਸੀਂ ਨਹੀਂ ਮੰਨਦੇ, ਅਸੀਂ ਮੰਨਦੇ ਹਾਂ, ਅਸੀਂ ਇਹ ਤੋਂ ਮੁਨਕਰ ਨਹੀਂ ਹੋ ਸਕਦੇ। ਇਸ ਕਰਕੇ ਬੇਅਦਬੀ ਕਿਸੇ ਚੀਜ਼ ਦੀ ਵੀ ਉਹਨੇ ਕਰੀ ਹੈ ਤਾਂ ਬੇਅਦਬੀ ਗੁਰੂ ਸਾਹਿਬ ਦਾ ਉਹ ਲੈ ਕੇ ਗਿਆ ਸਰੂਪ ਉੱਥੇ ਸਰਬਲੋ ਗ੍ਰੰਥ ਦਾ, ਤਾਂ ਹੀ ਸਿੰਘਾਂ ਨੇ ਪੈਸ ਦੇ ਵਿੱਚ ਆ ਕੇ, ਗੁੱਸੇ ਦੇ ਵਿੱਚ ਆ ਕੇ ਉਹਦਾ ਇਹ ਹਾਲ ਕੀਤਾ। ਜੇ ਨਾ ਲੈ ਕੇ ਜਾਂਦਾ ਕਾਹਨੂੰ ਕਰਦੇ? ਕਦੇ ਕੁਛ ਕਹਿੰਦੇ ਨੇ। ਇਹੋ ਜਿਹੜੇ ਲੋਕ ਨੇ ਇਹ ਸਾਨੂੰ ਹੀ ਭੰਡਣ ਲੱਗੇ ਹੋਏ ਨੇ। ਜਾਂ ਸਾਡੇ ਨਾਲ ਬਹਿ ਕੇ, ਮੈਂ ਕਹਿਣਾ ਜਿਹੜਾ ਕੋਈ ਚਰਚਾ ਜਿੱਥੇ ਮਰਜ਼ੀ ਬਹਿ ਕੇ ਲਾਈਵ ਕਰ ਲਓ, ਕੋਈ ਅਸੀਂ ਉਹਦਾ ਸਵਾਲ ਦਾ ਜਵਾਬ ਦੇਵਾਂਗੇ। ਐਵੇਂ ਟੈਲੀਫੋਨਾਂ ਦੇ ਉੱਤੇ ਕਮੈਂਟਾਂ ਦੇ ਵਿੱਚ ਭਕਾਈ ਨਾ ਮਾਰੋ, ਇਹ ਗਲਤ ਆ। ਸਾਡਾ ਮੇਰਾ ਨੰਬਰ ਨੋਟ ਕਰ ਲਓ, ਪਹਿਲਾਂ ਵੀ ਲਿਖਾਇਆ 9815 64704। ਬਾਬਾ ਜੀ ਹੁਣੀ ਆਪਣਾ ਨੰਬਰ ਦੱਸਣਗੇ, ਜਿੱਥੇ ਮਰਜ਼ੀ ਸਾਨੂੰ ਯਾਦ ਕਰ ਲਿਓ, ਜਿੱਥੇ ਮਰਜ਼ੀ ਸਾਨੂੰ ਬਹਿ ਕੇ ਡਿਬੇਟ ਕਰ ਲਓ। ਅਸੀਂ ਹਰੇਕ ਗੱਲ ਦਾ ਜਵਾਬ ਦੇਣ ਨੂੰ ਤਿਆਰ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੁਪਰੀਮ ਕੋਰਟ ਨੇ ਜੀਵਤ ਗੁਰੂ ਦਾ ਦਰਜਾ ਦਿੱਤਾ ਹੈ।
ਤੇ ਸੁਪਰੀਮ ਕੋਰਟ ਦਾ ਇਹ ਵੀ ਆਰਡਰ ਆ, ਇਹ ਵੀ ਬਿਆਨ ਦਿੱਤਾ ਸੁਪਰੀਮ ਕੋਰਟ ਨੇ, ਜੇ ਕਿਸੇ ਪਰਿਵਾਰ ਦੇ ਉੱਤੇ ਕੋਈ ਦੁਬਦਾ ਪੈਂਦੀ ਆ, ਉਹਨੂੰ ਮਾਰਨ ਪੈਂਦਾ ਵਾ, ਤਾਂ ਫਿਰ ਜਿਹੜਾ ਘਰ ਦਾ ਮੁਖੀ ਆ, ਜ਼ਿੰਮੇਦਾਰ ਵਿਅਕਤੀ ਆ, ਉਹ ਜਿਹੜਾ ਕਾਨੂੰਨ ਆਪਦੇ ਹੱਥ ਦੇ ਵਿੱਚ ਲੈ ਸਕਦਾ, ਆਪਦੀ ਹਿਫਾਜ਼ਤ, ਆਪਦੇ ਪਰਿਵਾਰ ਦੀ ਹਿਫਾਜ਼ਤ ਕਰ ਸਕਦਾ। ਇਸ ਕਰਕੇ ਇਹ ਤਾਂ ਸਾਰੇ ਫੈਸਲੇ ਤੁਰੰਤ ਲੈਣੇ ਪਏ, ਨਹੀਂ ਤਾਂ ਸਾਨੂੰ ਕੀ ਲੋੜ ਸੀ ਇੱਥੇ ਬੈਠੇ ਆ। ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਕਰਦਾ, ਇਹੋ ਜਿਹੀਆਂ ਘਿਨਾਉਣੀਆਂ ਕਰਤੂਤਾਂ ਕਰਦਾ, ਫਿਰ ਤਾਂ ਉਹਦੇ ਜਿਹੜੇ ਨਿਹੰਗ ਸਿੰਘ ਨੇ ਫਿਰ ਕਹਿੰਦੇ ਨੇ ਵੀ ਉਹ ਕਮਲਾ ਸੀ। ਜਿੰਨੇ ਵੀ ਬੇਅਦਬੀਆਂ ਵਾਲੇ ਹੁਣ ਤੱਕ ਫੜੇ ਨੇ, ਕਿੰਨੀਆਂ ਬੇਅਦਬੀਆਂ 5-7 ਸਾਲਾਂ ਦੇ, ਸਭ ਨੂੰ ਉਹਨਾਂ ਨੇ, ਗੌਰਮੈਂਟ ਨੇ, ਅਦਾਲਤਾਂ ਨੇ, ਪੁਲਿਸ ਨੇ ਉਹਨਾਂ ਤੇ ਮੈਂਟਲ ਦੇ ਟੈਗ ਲਾਤੇ ਆ। ਤੇ ਅੱਜ ਜੇ ਸਿੰਘਾਂ ਨੇ ਸੋਧਤਾ, ਫਿਰ ਜੇ ਮੈਂਟਲਾਂ ਨੇ ਮੈਂਟਲ ਸੋਧਤਾ, ਫਿਰ ਹੁਣ ਹੋ ਕੀ ਗਿਆ? ਫਿਰ ਸਿੰਘ ਭੱਜੇ ਨਹੀਂ, ਇਹ ਮੁਕਰੇ ਨਹੀਂ ਹੈਗੇ ਵੀ ਡਰ ਕੇ ਭੱਜ ਗਏ। ਉਹਨਾਂ ਨੇ ਗ੍ਰਿਫਤਾਰੀਆਂ ਹਾਸਿਲਾਂ ਨੇ ਦਿੱਤੀਆਂ ਵੀ ਜੇ ਸਾਡੇ ਗੁਰੂ ਦੀ ਬੇਅਦਬੀ ਕੀਤੀ ਆ ਤਾਂ ਅਸੀਂ ਗ੍ਰਿਫਤਾਰੀਆਂ ਦਿੰਨੇ ਆ, ਅਸੀਂ ਕੋਈ ਗੁਨਾਹ ਨਹੀਂ ਕੀਤਾ, ਅਸੀਂ ਜੋ ਕੁਛ ਕੀਤਾ ਆਪਦੀ ਸਮਝ ਨਾਲ ਠੀਕ ਕੀਤਾ, ਜੋ ਉਹਨਾਂ ਨੂੰ ਠੀਕ ਲੱਗਿਆ ਉਹਨਾਂ ਨੇ ਕਰਤਾ। ਪਰ ਹੁਣ ਜਿਹੜੇ ਲੋਕ ਨੇ ਇਸ ਮੁੱਦੇ ਨੂੰ ਵਿਵਾਦ ਬਣਾ ਰਹੇ ਦਲਿਤਾਂ ਦਾ, ਉਹਨੂੰ ਸਮੇਟਣਾ ਚਾਹੀਦਾ। ਜਦੋਂ ਮਾਰੀ ਸਾਡੇ ਨਾਲ ਗੱਲਬਾਤ ਕਰੇ, ਹੁਣ ਵੀ ਸਾਡੇ ਨਾਲ ਗੱਲਬਾਤ ਹੋਈਆਂ ਨੇ, ਇਹ ਮੇਰੀਆਂ ਬੇਨਤੀਆਂ ਨੇ, ਇਹ ਸੰਗਤ ਮਨਜ਼ੂਰ ਕਰੇ ਵੀ 27 ਤਰੀਕ ਨੂੰ ਦੁਬਾਰਾ ਫੇਰ ਇੱਕ ਵਾਰੀ ਮੈਂ ਦੱਸ ਦਿੰਦਾ, ਇੱਕ ਪੰਥਕ ਇਕੱਠ ਇੱਥੇ ਰੱਖਿਆ ਗਿਆ, ਜਿਹਦੇ ਵਿੱਚ ਪੰਥਕ ਧਿਰਾਂ, ਕਿਸਾਨ ਜਥੇਬੰਦੀਆਂ, ਕਾਰ ਸੇਵਾ ਵਾਲੇ ਮਹਾਂਪੁਰਖ, ਹੋਰ ਜਿਹੜੀਆਂ ਜਥੇਬੰਦੀਆਂ ਨੇ ਦੇਸ਼ ਵਿਦੇਸ਼ ਦੀਆਂ, ਉਹ ਵੀ ਸਾਨੂੰ 27 ਤਰੀਕ ਤੱਕ ਈਮੇਲ ਰਾਹੀਂ, WhatsApp ਰਾਹੀਂ ਆਪੋ ਆਪਣੇ ਜਿਹੜੀ ਹੈਗੀ ਉਹ ਰਾਏ ਦੇਣ। ਤੇ ਪੰਥਕ ਧਿਰਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਕਾਰ ਸੇਵਾ ਵਾਲੇ ਮਹਾਂਪੁਰਖ ਨੇ, ਸੰਤ ਸਮਾਜ ਆ, ਉਹ 27 ਤਰੀਕ ਨੂੰ ਸਮਾਂ ਅਸੀਂ ਰੱਖਿਆ 2 ਵਜੇ ਦਾ, 2 ਵਜੇ 27 ਤਰੀਕ ਨੂੰ ਮੀਟਿੰਗ ਹੋਊਗੀ। ਉਹ ਸਾਰੇ ਇੱਥੇ ਪਹੁੰਚ ਕੇ ਆਪਾਂ ਮੀਟਿੰਗ ਦੇ ਵਿੱਚ ਭਾਗ ਲਵਾਂਗੇ। ਇੱਕ ਤਾਂ ਨਿਹੰਗ ਸਿੰਘਾਂ ਦੇ ਇੱਥੋਂ ਜਾਣ ਬਾਰੇ ਜਾਂ ਰਹਿਣ ਬਾਰੇ ਇਹ ਮੁੱਦਾ, ਦੂਸਰਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਜਿਹੜਾ ਬੇਅਦਬੀ ਹੈ ਉਹਦੇ ਉੱਤੇ ਵੀ ਚਰਚਾ ਹੋਊਗੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ। ਹੁਣ ਬਾਬਾ ਜੀ ਆਪ ਜੀ ਨਾਲ ਗੱਲਬਾਤ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਸਾਰੀ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਭਰਾ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ 'ਚ, ਪੰਜਾਬ, ਹਰਿਆਣਾ, ਪੂਰੇ ਭਾਰਤ 'ਚ, ਤੁਹਾਨੂੰ ਸਾਰਿਆਂ ਨੂੰ ਬੜਾ ਚੰਗੀ ਤਰ੍ਹਾਂ ਪਤਾ ਹੈ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 2 ਦਿਨ ਪਹਿਲਾਂ ਸਿੰਘੂ ਬਾਰਡਰ ਤੇ ਹੋਈ, ਇਹ ਬੇਅਦਬੀ ਦਾ ਮੁੱਦਾ ਪਰਸੋਂ ਦਾ ਨੀਗਾ, ਇਹ ਸਨ 15 ਦਾ ਚੱਲਦਾ ਆ ਰਿਹਾ ਹੈ। ਜਿੱਥੇ ਵੀ ਬੇਅਦਬੀ ਹੁੰਦੀ ਆ ਉੱਥੇ ਸਰਕਾਰ ਇੱਕੋ ਟੈਕ ਲਾ ਦਿੰਦੀ ਏ ਵੀ ਇਹ ਬੰਦਾ ਪਾਗਲ ਸੀਗਾ, ਇਹ ਬੰਦਾ ਬੇਵਕੂਫ ਸੀਗਾ ਜੀ, ਇਹਨੇ ਬੇਅਦਬੀ ਕੀਤੀ। ਹੁਣ ਜੋਲਾ ਪਿੰਡ 'ਚ ਇੱਕ ਬੀਬੀ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਤੇਲ ਪਾ ਕੇ ਸਾੜ ਦਿੱਤਾ ਗਿਆ, ਉਹਨੂੰ ਵੀ ਕਹਿਤਾ ਪਾਗਲ ਏ। ਅੱਜ ਤੋਂ 20 ਦਿਨ ਪਹਿਲਾਂ ਆਨੰਦਪੁਰ ਸਾਹਿਬ ਤਖਤ ਕੇਸਗੜ੍ਹ ਸਾਹਿਬ ਤੇ ਤਖਤ ਦੇ ਉੱਤੇ ਇੱਕ ਬੇਅਦਬੀ ਕੀਤੀ ਗਈ, ਤਖਤ ਤੇ, ਉਹ ਵੀ ਕਹਿਤਾ ਵੀ ਇਹ ਪਾਗਲ ਏ ਬੰਦਾ। ਵੀ ਸਨ 15 ਤੋਂ ਬੇਅਦਬੀ ਆਉਂਦੀ ਆ ਰਹੀ ਹੈ, ਘੱਟੋ ਘੱਟ ਦੀ 50 ਬੇਅਦਬੀਆਂ ਹੋ ਚੁੱਕੀਆਂ ਨੇ। ਤੇ ਜੇ 50 ਬੇਅਦਬੀਆਂ ਦਾ ਹੱਲ ਨਹੀਂ ਭੁੱਲ ਗਿਆ, ਤੇ ਜੇ ਅੱਜ ਨਿਹੰਗ ਸਿੰਘਾਂ ਨੇ ਸਿੰਘੂ ਬਾਰਡਰ ਤੇ ਬੇਅਦਬੀ ਕਰਦਾ ਬੰਦਾ ਫੜ ਕੇ ਸਿੰਘਾਂ ਨੇ ਸੋਧਤਾ, ਉਹਨਾਂ ਨੇ ਆਪਣੀ ਜ਼ਿੰਮੇਵਾਰੀ ਆਪ ਲਈ ਵੀ ਅਸੀਂ ਸੋਧਿਆ, ਉਹ ਸਿੰਘ ਪੇਸ਼ ਵੀ ਹੋ ਚੁੱਕੇ ਨੇ। ਇਸ ਕਰਕੇ ਜਿਹੜਾ ਸਾਡਾ ਸੰਤ ਸਮਾਜ ਹੈ, ਸਾਡੀ ਕੌਮ ਦੇ ਬੜੇ ਵੱਡੇ ਪੰਜਾਬ 'ਚ ਸਾਡੇ ਠੇਕੇਦਾਰ ਵੀ ਹੈ ਜਥੇਬੰਦੀਆਂ ਦੇ, ਹਜੇ ਤੱਕ ਸਾਡੇ ਪੰਜਾਬ ਦੇ ਵਿੱਚੋਂ ਗਿਆਨੀ ਹਰਪ੍ਰੀਤ ਸਿੰਘ ਕਾਲ ਤੱਕ ਸਾਹਿਬ ਦਾ ਵੀ ਕੋਈ ਹਜੇ ਬਿਆਨ ਨਹੀਂ ਆਇਆ ਇਸ ਆਧਾਰ ਤੇ। ਸਭ ਤੋਂ ਪੰਥ ਦੀ ਸਰਮੋਰ ਜਥੇਬੰਦੀ ਸ਼੍ਰੋਮਣੀ ਕਮੇਟੀ, ਦੇਖੋ ਅੱਜ ਸਾਡੇ ਸਾਹਮਣੇ ਪੰਥਕ ਦੇ ਜਿਹੜੇ ਸਾਡੇ ਠੇਕੇਦਾਰ ਨੇ, ਸਿਸਟਮ ਦੇਖੋ ਸਾਡਾ ਕਿੱਥੇ ਜਾ ਰਿਹਾ। ਅੱਜ ਇੱਕ ਵੀ ਬਿਆਨ ਨਹੀਂ ਆਇਆ, ਨਾ ਕੋਈ ਨਿਹੰਗ ਸਿੰਘ ਜਥੇਬੰਦੀਆਂ ਦਾ ਬੋਲ ਰਹੀ ਹੈ, ਨਾ ਸੰਤ ਸਮਾਜ। ਜਿਹੜੀ ਇੱਕ ਟਕਸਾਲ ਸੀ ਉਹਨੂੰ ਯੋਧਿਆਂ ਦੀ ਖਾਨ ਕਿਹਾ ਜਾਂਦਾ ਸੀ, ਟਕਸਾਲ ਨੂੰ। ਅੱਜ ਦੇਖੋ ਉਹਨਾਂ ਦੀ ਚੁੱਪ ਦਾ ਕਾਰਨ ਦੇਖੋ ਤੁਸੀਂ ਉਹਨਾਂ ਦਾ। ਸਾਡੇ ਨਿਹੰਗ ਸਿੰਘ ਜਿਹੜੇ ਵੱਡੀਆਂ ਜਥੇਬੰਦੀਆਂ ਦਾ ਕਾਰਨ ਚੁੱਪ ਦਾ ਦੇਖੋ। ਅੱਜ 3 ਦਿਨ ਹੋ ਚੁੱਕੇ ਨੇ ਬੇਅਦਬੀ ਨੂੰ, ਅੱਜ ਤੱਕ ਕੋਈ ਬੋਲ ਨਹੀਂ ਰਿਹਾ। ਤੇ ਜੇ ਦੇਖੋ ਤੁਸੀਂ ਕਿਸੇ ਤਖਤ ਤੇ ਇਹ ਪੰਥਕ ਧਾਰਮਿਕ ਜਥੇਬੰਦੀਆਂ ਸੱਦੀਆਂ ਜਾਣ, ਸਰੋਪੇ ਲੈਣ ਲਈ, ਸਨਮਾਨ ਲੈਣ ਲਈ ਸਭ ਤੋਂ ਅੱਗੇ ਹੋ ਕੇ ਖੜੇ ਹੋ ਜਾਂਦੇ ਵੀ ਸਾਡੇ ਵਰਗਾ ਪੰਥ ਦਾ ਕੋਈ ਠੇਕੇਦਾਰ ਨਹੀਂ ਏਡਾ ਵੱਡਾ, ਅਸੀਂ ਪੰਥ ਦੇ ਮਾਲਕ ਆ। ਤੇ ਅੱਜ ਜੇ ਪੰਥ ਦੇ ਗੱਲ ਚੱਲਦੀ ਪਈ, ਅੱਜ ਸਿੰਘਾਂ ਨੇ ਬੇਅਦਬੀ ਕਰਨ ਵਾਲਾ ਸੋਧਤਾ ਹੈ, ਤੇ ਅੱਜ ਕਿਸੇ ਦੀ ਜ਼ੁਬਾਨ ਨਹੀਂ ਖੋਲਦੀ। ਦੇਖੋ ਇਹ ਇੱਥੇ ਇੱਕ ਕੁੜੀ ਐਕਟਰ ਹੈ ਸੋਨੀਆ ਮਾਨ, ਇੱਕ ਕੁੜੀ ਹੋ ਕੇ ਉਹਦਾ ਕਿੰਨਾ ਵਧੀਆ ਬਿਆਨ ਆਇਆ ਵੀ ਮੈਂ ਨਿਹੰਗ ਸਿੰਘਾਂ ਦੇ ਨਾਲ ਖੜੀ ਹਾਂ, ਸਾਡੇ ਗੁਰੂ ਦੀ ਬੇਅਦਬੀ ਹੋਈ, ਵੀ ਜੇ ਮੈਂ ਹੁੰਦੀ ਤੇ ਮੈਂ ਵੀ ਸੋਧਦੀ, ਕੁਛ ਨਾ ਕੁਛ ਕਰਦੀ ਜਿੰਨਾ ਹੁੰਦਾ। ਨਿਹੰਗ ਸਿੰਘ ਸ਼ਸਤਰਧਾਰੀ ਆ, ਉਹਨਾਂ ਨੇ ਆਪਣੇ ਗੁਰੂ ਦੀ ਬੇਅਦਬੀ ਨਹੀਂ ਚੱਲੀ, ਉਹਨਾਂ ਨੇ ਉਹਨੂੰ ਸੋਧਤਾ।
ਕਿਉਂਕਿ ਜੇ ਕੋਈ ਆਪਣੇ ਪਿਓ ਦੀ ਪੱਗ ਲਾਉਂਦਾ ਹੈ, ਇੱਕ ਵਾਰੀ ਨਹੀਂ, ਸਨ 15 ਤੋਂ ਹੁੰਦਾ ਆ ਰਿਹਾ ਹੈ। ਇਸ ਕਰਕੇ ਜਿੰਨੀਆਂ ਪੰਥਕ ਜਥੇਬੰਦੀਆਂ ਚੁੱਪ ਨੇ, ਉਹਨਾਂ ਨੂੰ ਆਪਣੀ ਚੁੱਪ ਤੋੜਨੀ ਚਾਹੀਦੀ। ਜੇ ਨਹੀਂ ਬੋਲ ਸਕਦੇ, ਜਿਹੜੇ ਉਹਨਾਂ ਦੀਆਂ ਠੇਕੇਦਾਰੀ ਆ, ਉਹਨਾਂ ਤੋਂ ਅਸਤੀਫਾ ਜ਼ਰੂਰ ਦੇਣਾ ਚਾਹੀਦਾ ਉਹਨਾਂ ਨੂੰ। ਸਾਡੀਆਂ ਭਾਵੇਂ ਨਿਹੰਗ ਸਿੰਘ ਜਥੇਬੰਦੀਆਂ ਹੋਣ, ਭਾਵੇਂ ਸੰਤ ਸਮਾਜ ਹੋਵੇ, ਭਾਵੇਂ ਸ਼੍ਰੋਮਣੀ ਕਮੇਟੀ ਹੋਵੇ। ਬੀਬੀ ਜਗੀਰ ਕੌਰ ਦਾ ਵੀ ਇੱਕ ਵੀ ਬਿਆਨ ਨਹੀਂ ਆਇਆ 3 ਦਿਨ 'ਚ। ਅੱਜ ਇੱਥੇ ਧਾਰਮਿਕ ਇਕੱਠ ਕਰ ਲਓ, ਸਭ ਤੋਂ ਪਹਿਲਾਂ ਉਹਨਾਂ ਨੇ ਸਰੋਪਾ ਲੈਣ ਲਈ ਪਹੁੰਚਣਾ ਸਾਡੀ ਜਥੇਬੰਦੀਆਂ ਨੇ। ਇਸ ਕਰਕੇ ਅਸੀਂ ਦੇਸ਼ਾਂ ਵਿਦੇਸ਼ਾਂ 'ਚ ਵੀ ਇਹੀ ਕਹਿੰਦੇ ਆ, ਜਿੰਨੇ ਪੰਜਾਬ ਦੇ ਲੋਕ ਨੇ, ਹਰਿਆਣੇ ਦੇ ਲੋਕ ਨੇ, ਸਾਰੇ ਧਰਮਾਂ ਦਾ ਪੰਥ ਖਾਲਸਾ ਸਾਂਝਾ ਹੈ। ਗੁਰੂ ਗ੍ਰੰਥ ਸਾਹਿਬ ਦੇਖੋ, ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ, ਭਾਵੇਂ ਕੁਰਾਨ ਹੋਵੇ, ਭਾਵੇਂ ਹਿੰਦੂ ਧਰਮ ਹੋਵੇ, ਭਾਵੇਂ ਮੁਸਲਮਾਨ ਭਾਈਚਾਰਾ ਹੋਵੇ, ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ। ਲੇਕਿਨ ਬੇਅਦਬੀ ਨਹੀਂ ਕੋਈ ਵੀ ਜਰ ਸਕਦਾ ਕਿਸੇ ਧਰਮ ਦੀ। ਜੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ, ਸਿੰਘਾਂ ਨੇ ਸੋਧਤਾ, ਅਸੀਂ ਸਿੰਘ ਦੇਖੋ ਕੋਈ ਭੱਜਿਆ ਨੇ ਉੱਥੇ ਪੇਸ਼ ਕਰਾਤੇ ਵੀ ਸਾਨੂੰ ਕਿਸੇ ਨੂੰ ਕੋਈ ਦੁੱਖ ਨਹੀਂ ਹੈਗਾ, ਵੀ ਜੋ ਹੋਇਆ ਬਿਲਕੁਲ ਠੀਕ ਹੋਇਆ। ਬਾਕੀ ਆ ਬਾਬਾ ਜੀ ਨੇ ਢੰਡਰੀਆਂ ਵਾਲੇ ਸੰਤ ਬਾਰੇ ਗੱਲ ਕਹੀ ਆ, ਉਹ ਕਹਿੰਦਾ ਵੀ ਦੱਸੋ ਵੀ ਸਬੂਤ ਦਿਓ ਕੋਈ, ਵੀ ਮੈਂ ਸਨ 15 'ਚ ਮੈਂ ਬੜੀਆਂ ਡਾਂਗਾ ਖਾਧੀਆਂ, ਕਹਿੰਦਾ ਉੱਥੇ ਮੇਰੀਆਂ ਗੱਡੀਆਂ ਭੰਨੀਆਂ ਗਈਆਂ। ਅੱਜ ਤੱਕ ਨਾ ਤਾਂ ਕੋਈ ਉਹਦੀਆਂ ਗੱਡੀਆਂ ਦਾ ਹੀ ਸਬੂਤ ਹੈ ਟੁੱਟੀਆਂ ਦਾ, ਨਾ ਕੋਈ ਉਹਦੇ ਡਾਂਗਾ ਦਾ ਹੀ ਸਬੂਤ ਹੈ। ਵੀ ਜੇ ਤੂੰ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਸਰਵੋ ਗ੍ਰੰਥ ਦਸਮ ਗ੍ਰੰਥ ਦੀ ਬੇਅਦਬੀ ਹੋਈ ਆ, ਦੂਜਾ ਗ੍ਰੰਥ ਵੀ ਪ੍ਰਕਾਸ਼ ਨਾਲ ਹੀ ਹੁੰਦਾ ਹੈ। ਤੇ ਜੇ ਤੂੰ ਐਡਾ ਵੱਡਾ ਸੰਤ ਹੈ, ਜਦੋਂ ਅੰਮ੍ਰਿਤ ਛਕਾਉਣ ਲੱਗਿਆ, ਦਸਮ ਗ੍ਰੰਥ ਦੀਆਂ 3 ਬਾਣੀਆਂ ਕੱਢ ਕੇ ਅੰਮ੍ਰਿਤ ਛਕਾ, ਫਿਰ ਤੈਨੂੰ ਪਤਾ ਲੱਗੇ ਵੀ 10ਵੇਂ ਪਾਤਸ਼ਾਹ ਦੀ ਕਿੰਨੀ ਵੈਲਿਊ ਸੀਗੀ। 10ਵੇਂ ਪਾਤਸ਼ਾਹ ਕੀ ਚੀਜ਼ ਸੀ? 3 ਬਾਣੀਆਂ ਅੰਮ੍ਰਿਤ ਛਕਾਉਣ ਲੱਗਿਆ 10ਵੇਂ ਪਾਤਸ਼ਾਹ ਦੀਆਂ ਪੈਂਦੀ ਹੈ, ਫਿਰ ਅੰਮ੍ਰਿਤ ਪ੍ਰਚਾਰ ਹੁੰਦਾ ਹੈ। ਤੇ ਤੂੰ ਕਹਿੰਦਾ ਵੀ 10ਵੇਂ ਪਾਤਸ਼ਾਹ ਦੀ ਬਾਣੀ ਨੂੰ ਵੀ ਉਹ ਗੁਰੂ ਗ੍ਰੰਥ ਸਾਹਿਬ ਨਹੀਂ ਹੈਗਾ। ਜਦ ਤੂੰ ਗੁਰੂ ਗੋਬਿੰਦ ਸਿੰਘ ਦਾ ਕਿਹਾ ਵੀ ਅੰਮ੍ਰਿਤ ਹੀ ਨਹੀਂ ਛਕਿਆ, ਤੇ ਕਿਸੇ ਭਨਿਆਰ ਵਾਲੇ ਸੰਤ ਦਾ ਕਹਦੇ ਵੀ ਮੈਂ ਉਹਦਾ ਅੰਮ੍ਰਿਤ ਛਕਿਆ ਜਦੋਂ ਉਹਦਾ ਚੇਲਾ। ਤੇ ਇਸ ਕਾਸੀ ਅਸੀਂ ਸਾਰੀ ਸਾਧ ਸੰਗਤ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਜਿਵੇਂ ਬਾਬਾ ਜੀ ਨੇ ਕਿਹਾ, ਸਾਡਾ ਨੰਬਰ ਵੀ ਨੋਟ ਕਰ ਲਓ 98552 21104 98552 21104। ਇਹ ਸਾਨੂੰ WhatsApp ਤੇ ਹਰ ਇੱਕ ਸੰਗਤ ਨੇ, ਪੰਜਾਬ, ਹਰਿਆਣਾ, ਪੂਰਾ ਭਾਰਤ, ਦੇਸ਼ਾਂ ਵਿਦੇਸ਼ਾਂ ਚੋਂ ਇਹੀ ਮੈਸੇਜ ਕਰਨਾ ਹੈ ਵੀ ਇਸ ਸੰਘਰਸ਼ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਦੀ ਤੁਹਾਨੂੰ ਲੋੜ ਹੈਗੀ ਹੈ ਤਾਂ ਵੀ ਬਿਲਕੁਲ ਠੀਕ ਆ। ਜੇ ਸਾਡੇ ਭਰਾ, ਸਾਡੇ ਵੀਰ, ਸਾਡੇ ਕਿਸਾਨ ਕਹਿਣਗੇ ਵੀ ਨਿਹੰਗ ਸਿੰਘ ਜਥੇਬੰਦੀਆਂ ਪੰਜਾਬ ਨੂੰ ਜਾ ਸਕਦੀ ਹੈ, ਅਸੀਂ ਤਾਂ ਖੁਸ਼ੀ-ਖੁਸ਼ੀ ਫਤਿਹ ਬੁਲਾ ਕੇ ਹੀ ਚਾਲਾਂ ਮਾਰਾਂਗੇ ਸਾਰੇ ਜਥੇਬੰਦੀਆਂ। ਪਰ ਜਿਹੜਾ ਕਿਸਾਨ ਜਥੇਬੰਦੀਆਂ ਦਾ ਰੋਲ ਹੈ, ਜੇ 26 ਤਰੀਕ ਨੂੰ ਸਾਰੇ ਰਿੰਗ ਰੋਡ ਗਏ, ਉਦੋਂ ਕਹਿੰਦੇ ਸਾਡਾ ਉਹਨਾਂ ਨਾਲ ਕੋਈ ਨਾਤਾ ਨਹੀਂਗਾ, ਨਾਤਾ ਤੋੜ ਕੇ ਗੱਲ ਨਹੀਂ ਚੱਲਦੀ। ਅੱਜ ਜੇ ਨਿਹੰਗ ਸਿੰਘ ਜਥੇਬੰਦੀਆਂ ਨੇ, ਉਹਨਾਂ ਦੇ ਸਿੰਘਾਂ ਨੇ ਜੇ ਕੋਈ ਬੇਅਦਬੀ ਕਰਦਾ ਸੋਧਤਾ ਹੈ, ਅੱਜ ਕਹਿੰਦੇ ਸਾਡਾ ਨਿਹੰਗ ਸਿੰਘ ਜਥੇਬੰਦੀਆਂ ਦਾ ਨਾਤਾ ਨਹੀਂ। ਜੇ ਉਹਨਾਂ ਨੂੰ ਪੁੱਛਣ ਵਾਲਾ ਵੀ ਨਾਤਾ ਤੁਹਾਡਾ ਹੈ ਕਿਹਦੇ ਨਾਲ? ਇੱਥੇ ਜਿੰਨਾ ਕਾਠਿਆ ਸਾਰਾ ਆਪ ਮਹਾਰਾ ਏ, ਇੰਨਾ ਕੱਟ ਜਥੇਬੰਦੀਆਂ ਨਾਲ ਕੋਈ ਹੈ ਨਹੀਂ। ਹਰ ਬੰਦਾ ਆਪ ਮਹਾਰਾ, ਹਰ ਬੰਦਾ ਕਾਨੂੰਨ ਰੱਦ ਕਰਾਉਣ ਦੇ ਹੱਕ 'ਚ ਬੈਠਾ ਹੈ। ਇਸ ਕਰਕੇ ਅਸੀਂ ਦੇਸ਼ਾਂ ਵਿਦੇਸ਼ਾਂ 'ਚ ਵੀ ਹੀ ਬੇਨਤੀ ਕਰਦੇ ਹਾਂ, ਪੰਜਾਬ 'ਚ ਵੀ ਹੀ ਬੇਨਤੀ ਕਰਦੇ ਆ ਵੀ ਜਿੰਨਾ ਸਾਡਾ ਸੰਤ ਸਮਾਜ ਦੇਖੋ 4 ਦਿਨ ਤੋਂ ਪੰਥਕ ਜਥੇਬੰਦੀਆਂ ਚੁੱਪ ਹੈ, ਕਿੰਨੀ ਚੁੱਪ ਦਾ ਧਰਨ ਧਾਰਿਆ। ਹੋਰ ਦੇਖੋ ਸਾਡੇ ਕਿੰਨੇ ਭਰਾ ਬੋਲ ਰਹੇ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਪਰ ਨਹੀਂ, ਸਾਡੇ ਜਿਹੜੇ ਪੰਥਕ ਜਥੇਬੰਦੀ ਹੈ ਉਹਨਾਂ ਨੇ ਜ਼ਰੂਰ ਮੂੰਹ ਤੇ ਚੇਪੀਆਂ ਲਾਈਆਂ ਹੋਈਆਂ ਨੇ। ਇਸ ਕਰਕੇ ਸਾਡੇ ਨਿਹੰਗ ਸਿੰਘਾਂ ਨੂੰ ਸਾਨੂੰ ਕੋਈ ਦੁੱਖ ਨਹੀਂ। ਜੇ ਉਹਨੇ ਗਲਤੀ ਕੀਤੀ ਸੋਧਤਾ, ਬਾਕੀ ਗਲਤ ਵਾਲੀ ਜਿਹੜੀ ਗੱਲ ਆ, ਜਿਹੜੀਆਂ ਇੱਥੇ ਜਿਹੜੀਆਂ ਜਾਲੀਆਂ ਬਿਠਿਆ ਰੰਗਰੇਟੇ ਜਥੇਬੰਦੀਆਂ ਬੈਠੀ ਹੈ, ਹੋਰ ਵੀ ਸਾਰਾ ਭਾਈਚਾਰਾ ਜਾਤ-ਪਾਤ ਨਾ ਖਾਲਸਾ ਪੰਥ ਮੰਨਦਾ ਹੈ, ਨਾ ਖਾਲਸੇ ਪੰਥ 'ਚ ਜਾਤ-ਪਾਤ ਹੈ। ਜਿਹੜਾ ਜਾਤ-ਪਾਤ ਕਰਦਾ ਹੈ ਜਾਂ ਜਾਤ-ਪਾਤ ਸਮਝਦਾ ਹੈ, ਉਹ ਗੁਰੂ ਗੋਬਿੰਦ ਸਿੰਘ ਦਾ ਸਿੰਘ ਨਹੀਂ ਹੋ ਸਕਦਾ, ਉਹ ਅੰਮ੍ਰਿਤਧਾਰੀ ਨਹੀਂ ਹੋ ਸਕਦਾ। ਇਸ ਕਰਕੇ ਜਿਹੜੀ ਬੇਅਦਬੀ ਦਾ ਮਸਲਾ ਹੈ, ਸਾਨੂੰ ਜੇ ਸੰਗਤ ਸਾਰੀ ਪੰਥ ਖਾਲਸਾ, ਸਾਰੀ ਸਾਧ ਸੰਗਤ ਪੰਜਾਬ, ਹਰਿਆਣਾ, ਜਿੰਨੇ ਕਿਸਾਨ ਵੀਰ ਕਹਿਣਗੇ ਤੇ ਅਸੀਂ ਬੜੀ ਖੁਸ਼ੀ ਨਾਲ ਇੱਥੋਂ ਚਾਲਾ ਮਾਰ ਕੇ ਘੋੜੇ ਪੰਜਾਬ ਲੈ ਜਾਾਂਗੇ। ਤੇ ਜੇ ਸਾਰੇ ਜਥੇਬੰਦੀਆਂ, ਸਾਰੀ ਸੰਗਤ ਕਹੇਗੀ ਵੀ ਮੋਰਚਾ ਫਤਿਹ ਕਰਕੇ ਜਾਣਾ, ਅਸੀਂ ਫਿਰ ਮੋਰਚਾ ਫਤਿਹ ਕਰਕੇ ਹੀ ਜਾਵਾਂਗੇ। ਇਸ ਕਰਕੇ ਸਾਰੀ ਸਾਧ ਸੰਗਤ ਨੂੰ ਅਸੀਂ ਹੱਥ ਜੋੜ ਕੇ ਇਹੀ ਬੇਨਤੀ ਕਰਦੇ ਹਾਂ ਵੀ 27 ਤਰੀਕ ਨੂੰ ਇੱਥੇ ਜੋ ਬਾਬਾ ਜੀ ਨੇ ਦੱਸਿਆ, ਜਿਹੜਾ ਇਕੱਠ ਰੱਖਿਆ ਗਿਆ ਪੰਥਕ ਜਥੇਬੰਦੀ ਔਲੋਜਾ ਸੰਤ ਸਮਾਜ ਦੇ, ਜਿਨ੍ਹਾਂ ਨੂੰ ਇਹ ਕੌਮ ਦਾ, ਇਹ ਸੰਘਰਸ਼ ਦਾ ਦਰਦ ਹੈ, ਸਾਰੇ ਇੱਥੇ ਇਕੱਠੇ ਹੋਣਗੇ। ਬਾਕੀ ਸਾਡੇ ਵੱਲ ਬਾਬਾ ਬਲਵਿੰਦਰ ਸਿੰਘ ਜੀ ਇਹ ਵੀ ਤੁਹਾਨੂੰ ਆਪਣੇ ਵਿਚਾਰ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜੋ ਜਥੇਦਾਰ ਸਾਡੇ ਨਾਲ ਇਸ ਵੇਲੇ ਇਸ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਨੇ, ਮੈਂ ਸਾਰਿਆਂ ਨੂੰ ਧੰਨਵਾਦ ਕਹਿੰਦਾ, ਜੀ ਆਇਆਂ ਨੂੰ ਕਹਿੰਦਾ।
ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਅਰਬਾਂ ਖਰਬਾਂ ਦਲ, ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਚੌਂਕੇ ਵਾਲੇ ਤੇ ਜਥੇਦਾਰ ਬਾਬਾ ਨਰੈਣ ਸਿੰਘ ਜੀ ਉਹਨਾਂ ਦੇ ਭਾਈ ਸਾਹਿਬ ਉਹ ਵੀ ਇੱਥੇ ਨੇ, ਤੇ ਬਾਕੀ ਜਥੇਬੰਦੀਆਂ ਬਾਬਾ ਜੀ ਨੇ ਨਾਲ ਲਾਈ ਦਿੱਤਾ ਵਾ। ਤੇ ਜਿਹੜੀ ਸਭ ਤੋਂ ਵੱਡੀ ਗੱਲ ਆ, ਇਹ ਮੰਗਦੇ ਆ ਵੀ ਉਹ ਸਬੂਤ ਕਿੱਥੇ ਆ, ਵੀ ਜਿਹੜੀ ਬੇਅਦਬੀ ਹੋਈ ਆ ਉਹਦਾ ਸਬੂਤ ਕਿੱਥੇ ਆ। ਤੇ ਮੈਨੂੰ ਇਹ ਜਵਾਬ ਦੇਣਾ ਇਹ ਦਿਓ ਵੀ ਜਿੰਨੇ ਪਹਿਲਾਂ ਸਬੂਤ ਦਿੱਤੇ ਆ ਤੁਹਾਨੂੰ 15 ਦੇ ਵਿੱਚ ਭਨਿਆਰੇ ਵਾਲੇ ਨੇ ਕੀਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਜਿਪਸੀਆਂ ਦੇ ਵਿੱਚ ਰੱਖ ਕੇ ਉਹਨਾਂ ਦੇ ਅੰਗ ਗਲੀਆਂ ਦੇ ਵਿੱਚ ਖਿਲਾਰੇ ਗਏ, ਸਬੂਤ ਮਿਲੇ, ਸਜ਼ਾ ਦਿੱਤੀ, ਥੋੜੇ ਦਿਨ ਰਹੇ, ਉਦੋਂ ਬਾਅਦ ਉਹਨੂੰ ਜੈਡ ਸੁਰੱਖਿਆ ਮਿਲੀ ਹੈ। ਜੈਡ ਸੁਰੱਖਿਆ ਦੇ ਹੁੰਦਿਆਂ ਹੋਇਆ ਹੀ ਉਹਦੀ ਮੌਤ ਹੋਈ ਹੈ। ਇਹ ਕਾਨੂੰਨ ਹੈ ਸਾਡੇ ਮੁਲਕ ਦਾ। ਤੇ ਫਿਰ ਬਰਗਾੜੀ, ਕੋਟਕਪੂਰਾ, ਇਹ ਜਿੰਨੇ ਵੀ ਕਾਂਡ ਹੋਏ ਨੇ ਵਿੱਚ ਸਾਰੇ ਦੇ ਸਬੂਤ ਮਿਲੇ ਨੇ। ਤਰਖਾਣ ਮਾਜਰੇ ਸ੍ਰੀ ਫਤਿਹਗੜ੍ਹ ਸਾਹਿਬ ਹੋਇਆ, ਉੱਥੇ ਸਬੂਤ ਮਿਲਿਆ ਤੇ ਉਹ ਬੰਦੇ ਨੂੰ ਫੜਿਆ ਗਿਆ। ਉਹ ਥੋੜੇ ਸਮੇਂ ਬਾਅਦ ਉਹ ਕਹਿੰਦੇ ਜੀ ਇੱਥੇ ਟਾਂਡਾ ਲਾਤੀ ਤੇ ਉਹ ਹੋ ਗਿਆ। ਉਹ ਤੁਰਿਆ ਫਿਰਦਾ ਬਿਰੜਵਾਲ ਦਾ ਬੰਦਾ, ਉਹ ਆਪਣੇ ਪਿੰਡ ਚੋਂ ਜ਼ਮੀਨ ਵੇਚ ਕੇ ਆਪਣੀ ਉਹ ਕਿਸੇ ਹੋਰ ਪਾਸੇ ਚਲਿਆ ਗਿਆ। ਉਹਦੇ ਪਿੱਛੇ ਕੋਈ ਤਾਕਤ ਹੈ ਤਾਂ ਹੀ ਚਲਿਆ ਗਿਆ ਨਾ, ਤਾਂ ਹੀ ਉਹ ਬਾਹਰ ਤੁਰਿਆ ਫਿਰਦਾ। ਤੇ ਜਿੰਨੇ ਵੀ ਸਬੂਤ ਦਿੱਤੇ ਨੇ ਹਰ ਜਗ੍ਹਾ ਸਬੂਤ ਮਿਲਿਆ। ਆ ਵੱਡੇ ਵੱਡੇ ਢਿੱਡਾਣਿਆਂ ਦਾ ਸਬੂਤ ਮਿਲ ਗਿਆ, ਪੰਥਕ ਜਥੇਬੰਦੀਆਂ ਕਹਾਉਣ ਵਾਲਿਆਂ ਦਾ ਮਿਲ ਗਿਆ, ਕੀ ਕੀਤਾ ਉਹਨਾਂ ਦਾ। ਤੇ ਜਿੰਨੇ ਵੀ ਸਬੂਤ ਮਿਲੇ ਨੇ ਹੁਣ ਤੱਕ ਕਿਸੇ ਦਾ ਕੋਈ ਜਿਹੜੀ ਉਹ ਪ੍ਰੋਪਰ ਜਿਹੜੀ ਸਜ਼ਾ ਮਿਲਣੀ ਚਾਹੀਦੀ ਆ ਉਹ ਸਜ਼ਾ ਨਹੀਂ ਮਿਲੀ। ਤੇ ਦੂਜੀ ਗੱਲ ਇਹ ਆ ਵੀ ਜਿਹੜਾ ਹੁਣ ਕਹਿੰਦੇ ਜੀ ਦਲਤ ਮਾਰ ਦਿੱਤਾ, ਦਲਤ ਮਾਰ ਦਿੱਤਾ, ਇਹ ਵੱਡੀ ਤਗੜੀ ਸਾਜ਼ਿਸ਼ ਆ ਇਹ ਏਜੰਸੀਆਂ ਦੀ ਕਿ ਦਲਤ ਮਾਰ ਦਿੱਤਾ। ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ, ਬਾਈਬਲ, ਕੁਰਾਨ, ਗੀਤਾ, ਕਿਸੇ ਵੀ ਗ੍ਰੰਥ ਦੇ ਉੱਤੇ ਹੱਥ ਚੱਕਦਾ, ਅਜ਼ਮਤ ਨੂੰ ਹੱਥ ਪਾਉਂਦਾ, ਉਹ ਬੰਦੇ ਦੀ ਕੋਈ ਜਾਤ ਨਹੀਂ ਹੈ। ਤੁਸੀਂ ਮੰਨਦੇ ਹੋ ਗੱਲ? ਉਹਦੀ ਜਾਤ ਹੈ ਕੋਈ? ਉਹਦੀ ਕੋਈ ਜਾਤ ਨਹੀਂ ਹੈ। ਤੇ ਜਦੋਂ ਉਹਦੀ ਜਾਤ, ਐਸੇ ਬੰਦੇ ਦੀ ਜਾਤ ਹੀ ਨਹੀਂ, ਤੇ ਫਿਰ ਇਹ ਗੱਲ ਕਿਉਂ ਖੜੀ ਕੀਤੀ ਜਾਂਦੀ ਆ? ਕਿਉਂ? ਇਹਨਾਂ ਨੂੰ ਚਾਹੀਦੀ ਹੈ ਗੱਲ ਕੋਈ। ਹੁਣ ਗੱਲ ਕੋਈ ਨਿਕਲਦੀ ਨਹੀਂ। ਸਿੰਘਾਂ ਨੇ ਸੌਦਾ ਲਾਤਾ, ਇਹਨਾਂ ਨੂੰ ਇਹ ਸੀ ਵੀ ਇਹ ਭੱਜਣਗੇ, ਇਹਨਾਂ ਦਾ ਜਲੂਸ ਕੱਢਾਂਗੇ, ਵੀ ਇਹ ਤੇ ਗੈਰ ਜ਼ਿੰਮੇਵਾਰ ਬੰਦੇ ਨੇ, ਇਹ ਤੇ ਮਾਰ ਕੇ ਇਹਨਾਂ ਬੰਦੇ ਨੂੰ ਵੀ ਨਿਕਲ ਗਏ, ਅੰਦੋਲਨ ਖਰਾਬ ਕਰ ਦਿੱਤਾ। ਪਰ ਇਹਨਾਂ ਦੀ ਚਾਲ ਇਹ ਚੱਲੀ ਨਹੀਂ। ਉਹ ਖਾਲਸੇ ਨੇ ਸੌਦਾ ਲਾਇਆ ਤੇ ਮੌਜੂਦਾ ਜ਼ਿੰਮੇਵਾਰੀਆਂ ਲਈਆਂ ਔਰ ਉਹਨਾਂ ਨੂੰ ਗ੍ਰਿਫਤਾਰ ਕਰਵਾ, ਸਰੈਂਡਰ ਕਰਾ, ਪੂਰੀ ਚੜ੍ਹਦੀ ਕਲਾ ਦੇ ਵਿੱਚ ਤਿਆਰ ਬਰ ਤਿਆਰ ਹੋ ਕੇ ਗੁਰੂ ਮਹਾਰਾਜ ਤੋਂ ਅਰਦਾਸਾਂ, ਹੁਕਮਨਾਮੇ, ਸਾਰਾ ਕੁਝ ਹੋਇਆ ਇਸ ਤਰ੍ਹਾਂ। ਉਹਨਾਂ ਨੂੰ ਚੜ੍ਹਦੀ ਕਲਾ ਤੁਸੀਂ ਸਾਰੀ ਪ੍ਰੈਸ ਨੇ ਸਾਰਿਆਂ ਨੇ ਵੇਖਿਆ। ਇਹ ਜਿਹੜੀਆਂ ਇਹੋ ਜਿਹੀਆਂ ਗੱਲਾਂ ਕਰਨੀਆਂ ਨੇ, ਇਹ ਸਾਰੀ ਇਹ ਚਾਲ ਹੈ ਇਹਦੇ ਪਿੱਛੇ ਬੜੀ ਤਗੜੀ। ਹੁਣ ਜਿਵੇਂ ਬਾਬਾ ਜੀ ਨੇ ਦੱਸਿਆ, ਉਹ ਗੱਲ ਨਹੀਂ ਕਿਸੇ ਨੇ ਕੀਤੀ ਕਿ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋ ਗਈ ਤੇ ਵੀ ਉਹ ਬਸ ਵੱਢ ਦਿੱਤਾ, ਮਾਰ ਦਿੱਤਾ, ਕੱਟਦਾ, ਬਾਹਾਂ ਵੜਤੀਆਂ, ਲੱਤਾਂ ਵੜਤੀਆਂ। ਉਹ ਗੁਰਮੁਖ ਪਿਆਰੇ, ਜਦੋਂ ਉਹ ਇਨਸਾਨ ਨੇ ਆਪਣਾ ਹੱਥੋਂ ਪਾਲਕੀ ਸਾਹਿਬ ਦੇ ਦਰਵਾਜ਼ੇ ਨੂੰ ਪਾ ਕੇ ਉਹ ਐਂਟਰ ਹੋਇਆ, ਬੇਅਦਬੀ ਤਾਂ ਉਦੋਂ ਹੀ ਹੋ ਗਈ। ਉਹ ਭਾਵੇਂ ਉਹ ਕਿਸੇ ਨਹੀਂ ਵੀ ਕਿਸੇ ਕੀ ਚੀਜ਼ ਨੂੰ ਹੱਥ ਲਾਇਆ, ਉਹਨੇ ਮੂੰਹ ਦੇ ਵਿੱਚ ਤਮਾਕੂ ਆਵੇ, ਉਹਨੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਲਕੀ ਸਾਹਿਬ ਦੇ ਵਿੱਚ ਐਂਟਰ ਹੋ ਗਿਆ, ਬੇਅਦਬੀ ਤਾਂ ਉਦੋਂ ਹੀ ਹੋ ਗਈ। ਫਿਰ ਉਹ ਤੋਂ ਬਾਅਦ ਕੀ ਹੁੰਦਾ? ਗੁਰੂ ਮਹਾਰਾਜ ਦਸਮ ਪ੍ਰਕਾਸ਼ ਦੇ ਉੱਤੋਂ ਜਿਹੜਾ ਉਹ ਰੁਮਾਲਾ ਚੁੱਕਿਆ ਜਾਂਦਾ, ਚੌਰ ਸਾਹਿਬ ਇੱਕ ਪਾਸੇ ਸੁੱਟਿਆ ਜਾਂਦਾ, ਮਾਚਿਸ ਦੀਆਂ ਡੱਬੀਆਂ 2 ਪਈਆਂ ਨੇ, ਉਹ ਅੱਗ ਨਹੀਂ ਲੱਗੀ, ਉਹਨੇ ਅੱਗ ਲਾਉਣੀ ਸੀ, ਇੱਥੇ ਭਾਂਬੜ ਮਚਾਉਣੇ ਸੀ ਦਲਤ ਨੇ, ਜਿਹਨੂੰ ਦਲਤ ਕਹਿੰਦੇ ਹੋ। ਉਹਨੇ ਭਾਂਬੜ ਮਚਾਉਣਾ ਸੀ, ਉਹਦੇ ਕੋਲ ਗੱਲ ਨਹੀਂ ਬਣੀ। ਫਿਰ ਉਹ ਕੀ ਕੀਤਾ? ਉਹਨੇ ਇੱਕ ਸਰੂਪ ਮਹਾਰਾਜ ਸਰਬਲੋ ਦਾ, ਜਿਸ ਤਰ੍ਹਾਂ ਬਾਬਾ ਜੀ ਨੇ ਦੱਸਿਆ ਵੀ 3 ਪ੍ਰਕਾਸ਼, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਦਸਮ ਦਰਬਾਰ, ਸਰਬਲੋ ਦਰਬਾਰ। ਉਹਨੇ ਕੀ ਕੀਤਾ? ਉਹ ਸਰਬਲੋ ਦਾ ਜਿਹੜਾ ਦਰਬਾਰ ਹੈ ਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਹੀ ਆ। ਜਦੋਂ ਅਸੀਂ ਬਰਾਬਰ ਪ੍ਰਕਾਸ਼ ਕਰਦੇ ਹਾਂ, ਇਹਦੇ ਵਿੱਚ ਤਾਂ 2 ਗੱਲਾਂ ਹੀ ਨਹੀਂ ਵੀ ਸਰਬਲੋ ਜਾਂ ਦਸਮ, ਜਾਂ ਉਹ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਤਾਂ ਹੀ ਅਸੀਂ ਪ੍ਰਕਾਸ਼ ਕਰਦੇ ਹਾਂ, ਤਾਂ ਹੀ ਉਹਨਾਂ ਦੀ ਬਾਣੀ ਪੜ੍ਹ ਕੇ ਅੰਮ੍ਰਿਤ ਸੰਚਾਰ ਹੁੰਦਾ। ਉਹ ਬੰਦੇ ਨੇ ਉਹ ਸਰੂਪ ਨੂੰ ਚੁੱਕਿਆ, ਉੱਥੋਂ ਚੁੱਕ ਕੇ ਉਹ ਦੌੜਿਆ ਤੇ ਉਹਨੇ ਤੁਹਾਨੂੰ ਪਤਾ ਵੀ ਜਿੱਥੇ ਉਹਨੇ ਰੱਖਿਆ ਜਾ ਕੇ, ਉਹ ਤੋਂ ਬਾਅਦ ਉਹ ਫੜਿਆ ਗਿਆ। ਸਿੰਘਾਂ ਨੇ ਉਹਨੂੰ ਕਾਬੂ ਕੀਤਾ, ਉਹਦੇ ਕੋਲੋਂ ਤਲਵਾਰ ਬਰਾਮਦ ਕੀਤੀ, ਉਹਦੇ ਕੋਲੋਂ ਗ੍ਰੰਥ ਜਿਹੜਾ ਉਹ ਬਰਾਮਦ ਕੀਤਾ ਗਿਆ। ਉਹ ਤੋਂ ਬਾਅਦ ਉਹਨੂੰ ਸੌਦਾ ਲਾਤਾ, ਹੁਣ ਪਿੱਟੀ ਜਾਂਦੇ ਆ।
ਹੁਣ ਤੱਕ ਸਾਰਾ ਮੁਲਕ ਇਹ ਕਹਿੰਦਾ ਸੀ, ਜਿਹੜਾ ਹੁਣ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਦੇ ਉਹ ਸਤਿਕਾਰਯੋਗ ਨੇ ਤਖਤ ਦੇ ਵਾਸਤੇ, ਉਹਨਾਂ ਨੇ ਬਿਆਨ ਲਾਇਆ ਸੀ, ਕਹਿੰਦੇ ਇਹੋ ਜਿਹੇ ਬੰਦੇ ਨੂੰ ਸੋਧ ਦੇਣਾ ਚਾਹੀਦਾ। ਹੁਣ ਸੋਧ ਤਾਂ ਹੁਣ ਬਿਆਨ ਕਿਉਂ ਨਹੀਂ ਦਿੰਦਾ? ਹੁਣ ਮੂੰਹ ਇਹ ਜਿਹੜੀ ਜੀਭ ਆ ਇਹ ਚੂਰਨ ਚੱਟਣ ਵਾਸਤੇ ਰੱਖੀ ਆ। ਹੁਣ ਕਿਉਂ ਨਹੀਂ ਬੋਲਦੇ? ਹੁਣ ਕਿਉਂ ਨਹੀਂ ਕੋਈ ਬਿਆਨ ਦਿੱਤਾ? ਏਡੇ ਏਡੇ ਢਿਡਾਲੇ ਅਸੀਂ ਪੰਥਕ ਜਥੇਦਾਰ, ਅਸੀਂ ਸਾਡੇ ਪੰਥ ਦੇ ਠੇਕੇਦਾਰ ਆ, ਸਾਡਾ ਪੰਥ ਹੀ ਸਾਰਾ ਸਾਡੇ ਕਹਿਣ ਤੇ ਚੱਲਦਾ। ਉਹ ਕਿੱਥੇ ਨੇ ਹੁਣ? ਇਹ ਵੀ ਸਾਜ਼ਿਸ਼ ਆ ਬੜੀ ਤਗੜੀ। ਇਹ ਸਭ ਇੱਕੋ ਝੰਡੇ ਥੱਲੇ ਨੇ। ਮੈਂ ਅੰਗਰੇਜ਼ ਨਹੀਂ ਕਰਦਾ ਕਹਿਣ ਤੋਂ, ਜੋ ਮਰਜ਼ੀ ਹੋ ਜਾਵੇ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਆ ਜਾਂਦੀ ਆ ਬੇਅਦਬੀ ਦੀ, ਤਾਂ ਫਿਰ ਸਾਡੀਆਂ ਤਾਹਾਂ ਨਿਕਲਦੀਆਂ ਨੇ। ਸਾਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਸਾਹਮਣੇ ਘਰ ਹੋਇਆ, ਤੇ ਗੱਲਾਂ ਕਰ ਦੇਣੀਆਂ ਉੱਠ ਕੇ ਬੜੀਆਂ ਸੌਖੀਆਂ ਨੇ ਪਿਆਰਿਓ। ਗੱਲਾਂ ਕਰ ਦੇਣੀਆਂ ਵੀ ਆ ਨਿਹੰਗ ਸਿੰਘਾਂ ਨੇ ਸੋ ਵੱਢ ਦਿੱਤਾ, ਉਹਨੂੰ ਕੱਢ ਦਿੱਤਾ, ਦਰਿੰਦਗੀ ਕੀਤੀ, ਉਹਦੇ ਕੁੜੀਆਂ ਸੀ 3। ਇਹ ਜਿਹੜੇ ਪਿੱਟਦੇ ਨੇ ਬਾਹਮਣਵਾਦੀ ਲੋਕ, ਮੈਂ ਜਾਤ ਦੀ ਨਹੀਂ ਗੱਲ ਕਰਦਾ, ਉਹ ਆਪਣੇ ਆਪ ਕਹਿ ਰਹੇ ਨੇ ਅਸੀਂ ਹਿੰਦੂ ਤਵੀ ਲੋਕ ਹੈ। ਉਹ ਆਪਣੇ ਆਪ ਕਹਿ ਰਹੇ ਨੇ ਸਾਡੇ ਹਿੰਦੂ ਭਰਾ ਸਾਡੇ ਆਪਣੇ ਨੇ, ਮੁਸਲਮਾਨ ਸਾਡੇ ਭਰਾ ਆਪਣੇ ਨੇ। ਫਿਰ ਮੈਨੂੰ ਇਹ ਦੱਸੋ ਵੀ ਜੇ ਹੁਣ ਧੀਆਂ ਦੀ ਗੱਲ ਕਰਦੇ, ਉਹਦੀਆਂ 3 ਧੀਆਂ ਸੀ, ਕਹਿੰਦੀ ਉਹਦੀਆਂ 3 ਧੀਆਂ ਸੀ, ਤੇ ਰਾਵਣ ਦਾ ਵੀ 1 ਲੱਖ ਪੂਤ 1.25 ਲੱਖ ਨਾਤੀ, 1 ਲੱਖ ਪੁੱਤ ਤੇ 1.25 ਲੱਖ ਉਹਦਾ ਪੋਤਰਾ ਸੀ। ਉਹਦਾ ਆਏ ਸਾਲ ਉਹਦੀਆਂ ਨਾਸਾਂ ਦੇ ਪਟਾਕੇ ਰੱਖ ਕੇ ਉਹਨੂੰ ਕਿਉਂ ਫੂਕਦੇ ਹੋ ਆਏ ਸਾਲ ਬਈ? ਉਹਦੇ ਕਿਉਂ ਪਟਾਕੇ ਵਜਾਉਣੇ? ਜਾਂ ਉਹਦਾ ਬੜਾ ਤਗੜਾ ਪਰਿਵਾਰ ਸੀ। ਫਿਰ ਇੱਥੇ ਕੋਈ ਜੇ ਉਹਦੀਆਂ 3 ਧੀਆਂ ਨੇ ਤੇ ਫਿਰ ਉਹਨੂੰ ਲਾਇਸੈਂਸ ਮਿਲ ਗਿਆ ਵੀ ਜਿੱਥੇ ਮਰਜ਼ੀ ਜਾ ਕੇ ਗ੍ਰੰਥਾਂ ਨੂੰ ਚੁੱਕਦਾ ਫਿਰੇ। ਇਹ ਨਹੀਂ ਗੱਲ ਹੁੰਦੀ। ਜਿਹੜਾ ਬੰਦਾ ਇਹੋ ਜਿਹਾ ਕਰਮ ਕਰਦਾ ਉਹ ਦੋਸ਼ੀ ਹੈ ਉਹਨਾਂ ਹੀ, ਭਾਵੇਂ ਉਹ ਪਰਿਵਾਰ ਵਾਲਾ ਭਾਵੇਂ ਉਹ ਉਸ ਤਰ੍ਹਾਂ। ਇਹਦੇ ਵਿੱਚ ਇਹ ਗੱਲ ਨਹੀਂ ਵੀ ਪਰਿਵਾਰ ਵਾਲਾ, ਗੱਲ ਨਹੀਂ ਨਾ ਇਹਨਾਂ ਨੂੰ ਕੋਈ ਲੱਭਦੀ, ਇਹ ਗੱਲ ਨਹੀਂ ਲੱਭੀ, ਮਿਲੀ ਨਹੀਂ ਗੱਲ ਵੀ ਹਾਂ ਇਹਨਾਂ ਨੇ ਭੱਜ ਜਾਣਾ, ਇਹਨਾਂ ਦਾ ਜਲੂਸ ਕੱਢਾਂਗੇ ਵੀ ਅੰਦੋਲਨ ਖਰਾਬ ਕਰਕੇ ਚਲੇ ਗਏ। ਪਰ ਸੂਰਮਿਆਂ ਨੇ ਗਿਰਫਤਾਰੀਆਂ ਦਿੱਤੀਆਂ, ਹੁਣ ਮੂੰਹ ਦੇ ਵਿੱਚ ਘੁੰਗਣੀਆਂ ਪੈ ਗਈਆਂ। ਨਾ ਤਾਂ ਸਾਡੇ ਵਾਲੇ ਬੋਲਦੇ ਨੇ, ਨਾ ਉਹ ਦੂਜੇ ਬੋਲਦੇ ਨੇ, ਸਾਰਿਆਂ ਨੂੰ ਚੁੱਪ ਛਾ ਗਈ। ਇਹ ਚੁੱਪ ਇਸ ਤਰ੍ਹਾਂ ਹੀ ਛਾਉਂਦੀ ਹੁੰਦੀ ਹੈ, ਜਦੋਂ ਖਾਲਸਾ ਆਪਣੇ ਪ੍ਰਚੰਡ ਰੂਪ ਦੇ ਵਿੱਚ ਆਉਂਦਾ ਨਾ, ਫਿਰ ਇਸ ਤਰ੍ਹਾਂ ਹੀ ਹੁੰਦਾ। ਇਹ ਇਸ ਤਰ੍ਹਾਂ ਲੋਕ ਨਹੀਂ ਇਹ ਸੂਤਰ ਆਉਂਦੇ। ਕਿੰਨੀਆਂ ਬੇਅਦਬੀਆਂ ਹੋ ਗਈਆਂ, ਕੋਈ ਗਿਣਤੀ ਆ? ਹਰ ਇੱਕ ਜਗ੍ਹਾ ਦਿੱਤੀ ਜਾਂਦੀ ਆ, ਸਬੂਤ ਦਿੱਤੇ ਜਾਂਦੇ ਨੇ, ਕਲੂ ਦਿੱਤੇ ਜਾਂਦੇ ਨੇ, ਵੀਡੀਓ ਦਿੱਤੀਆਂ ਜਾਂਦੀਆਂ ਨੇ। ਕੌਣ ਮੰਨਦਾ ਇੱਥੇ ਕਾਨੂੰਨ ਨੂੰ? ਲਖੀਮਪੁਰ ਖੀਰੀ ਦੇ ਵਿੱਚ ਸ਼ਰੇਆਮ ਉਹ ਬੰਦਾ ਦਿਖੇ ਜਾਂਦਾ, ਦਿਖਦਾ ਗੱਡੀ ਦੇ ਵਿੱਚੋਂ ਨਿਕਲਦਾ, ਸਾਰੀ ਸੰਗਤ ਨੇ ਦੇਖਿਆ। ਉਹ ਸਬੂਤਾਂ ਨੂੰ ਫੜਦੇ ਕਿਉਂ ਨਹੀਂ? ਫਿਰ ਇਹ ਕਰਦੇ ਕਿਉਂ ਨਹੀਂ ਕੁਝ? ਇਹ ਨਹੀਂ ਗੱਲਾਂ। ਪਰ ਹੁਣ ਜੇ ਖਾਲਸੇ ਨੇ ਆਪਣੀ ਰਿਵਾਇਤ ਅਨੁਸਾਰ ਜੋ 10ਵੇਂ ਪਾਤਸ਼ਾਹ ਮਹਾਰਾਜ ਨੇ ਦੱਸਿਆ, ਚੁੰਕਾਰ ਅਜਾਮਾਲ ਤੇ ਦਰਗੁਜਸਤ, ਕਹਿੰਦੇ ਜਦੋਂ ਸਾਰੇ ਹੀਲੇ ਕਹਿੰਦੇ ਫੇਲ ਹੋ ਜਾਣਾ, ਫਿਰ ਇਹ ਤਲਵਾਰ ਦੇ ਮੁੱਠੇ ਨੂੰ ਹੱਥ ਪਾਉਣਾ ਉਹ ਜਾਇਜ਼ ਦੱਸਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਇਹ ਕਹਿੰਦੇ ਜੀ ਇਹਦੇ ਐਵੇਂ ਬਾਣੇ ਪਾ ਕੇ ਨਿਹੰਗ ਸਿੰਘ ਐਵੇਂ ਤੁਰੇ ਫਿਰਦੇ, ਐਵੇਂ ਨਹੀਂ ਤੁਰੇ ਫਿਰਦੇ। ਜੇਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਸੰਸਾਰ ਦੇ ਵਿੱਚ ਨਾ ਆਉਂਦੇ, ਸਾਡੇ ਰਹਿਬਰ ਜਿਨ੍ਹਾਂ ਨੇ ਸਾਨੂੰ ਇਹ ਦਰਸਾਇਆ, ਜਿਨ੍ਹਾਂ ਨੇ ਸਾਡੇ ਬਾਣੇ ਪਾਏ ਨੇ ਗਲ ਦੇ ਵਿੱਚ, ਹਾਲਤ ਉਦੋਂ ਇਹੋ ਸੀ। ਜਦੋਂ ਗੁਰੂ ਮਹਾਰਾਜ ਆਏ ਨੇ ਨਾ, ਉਦੋਂ ਵੀ ਇਹੋ ਹਾਲਤ ਸੀ। ਕੋਈ ਗੀਤਾ ਦੀ ਬੇਅਦਬੀ ਹੋ ਰਹੀ ਆ, ਕਿਸੇ ਪਾਸੇ ਕੁਰਾਨ ਦੀ ਹੋ ਰਹੀ ਆ। ਫਿਰ ਇੱਕ ਸ਼ਾਇਰ ਲਿਖਦਾ, ਬੜੀਆਂ ਸੋਹਣੀਆਂ ਪੰਕਤੀਆਂ ਉਹਨੇ ਲਿਖੀਆਂ ਨੇ। ਉਹ ਕਹਿੰਦਾ ਛਾਏ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ, ਹੋਤੀ ਕੁਚੀਲਤਾ ਕੁਤੇਵਨ ਕੁਰਾਨ ਕੀ, ਪਾਪ ਹੀ ਪ੍ਰਪੱਕ ਜਾਤੇ ਧਰਮ ਤਸਕ ਜਾਤੇ, ਵਰਨ ਗਰਕ ਜਾਤੇ ਸਿਹਤ ਵਿਧਾਨ ਕੀ। ਗੁਰੂ ਗੋਬਿੰਦ ਸਿੰਘ ਪਵਨ ਪਾਵਨ ਸੁਰ ਹੈ, ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਦਾਨ ਕੀ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਸਾਰ ਦੇ ਵਿੱਚ ਨਾ ਆਉਂਦੇ, ਸਾਡੀ ਕੀ ਦਸ਼ਾ ਹੁੰਦੀ? ਤੇ ਜੇ ਅੱਜ 10ਵੇਂ ਪਾਤਸ਼ਾਹ ਦੇ ਬੱਚਿਆਂ ਨੇ, ਉਹ ਜਿਨ੍ਹਾਂ ਨੇ ਆਪਣੇ ਬਾਈ ਜੀ ਪਰਿਵਾਰ ਦੇ ਸਾਡੇ ਉੱਤੋਂ ਦੀ ਵਾਰ ਦਿੱਤੇ, ਅਸੀਂ ਆਪਣਾ ਆਪ ਨਹੀਂ ਵਾਰ ਸਕਦੇ, ਕੱਲਾ ਕੱਲਾ ਨਹੀਂ ਵਾਰ ਸਕਦੇ। ਮਾਮੇ ਦੇ ਪੁੱਤ, ਭੂਆ ਦੇ ਪੁੱਤ, ਬਾਈ ਜੀ ਪਰਿਵਾਰ ਦੇ ਵਾਰ ਕੇ ਉਹਨਾਂ ਨੇ ਸਾਨੂੰ ਇਹ ਬਾਣੇ ਦਿੱਤੇ ਨੇ। ਤੇ ਅੱਜ ਜੇ ਉਸ ਗੁਰੂ ਗ੍ਰੰਥ ਸਾਹਿਬ 10 ਪਾਤਸ਼ਾਹਾਂ ਦੀ ਜਾਗਦੀ ਜੋਤ ਹੈ, ਸਾਰਿਆਂ ਦਾ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅਸੀਂ ਉਹਨਾਂ ਨੂੰ ਜਿੰਦਾ ਗੁਰੂ ਮੰਨਦੇ ਆ। ਇਸ ਕਰਕੇ ਜਿਹੜਾ ਵੀ ਚੜੂਗਾ, ਇਹ ਨਹੀਂ ਗੱਲ ਵੀ ਹੁਣ ਹੋ ਗਿਆ ਬਸ ਖਤਮ ਹੋ ਗਈ, ਵੀ ਹੁਣ ਗ੍ਰਿਫਤਾਰੀ ਦੇਤੀਆਂ ਬਸ। ਬਹੁਤ ਸੂਰਮਾ ਬੈਠੇ ਨੇ। ਇਹ ਕੁੰਡਲੀਆ ਸਤਵੀਰ ਖਾਲਸਾ ਇਹ ਨਹੀਂ ਮਰਦਾ ਇਸ ਤਰ੍ਹਾਂ, ਬਹੁਤ ਬੈਠੇ ਨੇ, ਬੜੀ ਲੰਬੀ ਲਾਈਨ ਹੈ। ਕੱਲ ਨੂੰ ਜੇ ਕੋਈ ਕਰੂਗਾ, ਉਹ ਆਪਣੇ ਆਪ ਨੂੰ ਇਹ ਜਿਸ ਤਰ੍ਹਾਂ ਇਹ ਟੰਗਿਆ ਹੋਇਆ ਨਾ ਬੈਰੀਗੇਡ ਦੇ ਉੱਤੇ, ਉਹਦੀ ਫੋਟੋ ਆਪਣੇ ਅੱਖਾਂ ਦੇ ਵਿੱਚ ਵਸਾ ਲੇ, ਇਸ ਤਰ੍ਹਾਂ ਹੋਣੀ ਹੈ। ਹੁਣ ਬਖਸ਼ਿਆ ਨਹੀਂ ਜਾਣਾ, ਕਿਤੇ ਭਲੇਖੇ ਵਿੱਚ ਫਿਰਦਾ ਹੋਵੇ ਕੋਈ ਵੀ।
ਔਰ ਜਿਨ੍ਹਾਂ ਨੇ ਇਹ ਕਰਾਇਆ ਉਹ ਮੇਰੀ ਗੱਲ ਇਸ ਵੇਲੇ ਸੁਣ ਰਹੇ ਨੇ। ਜਿਨ੍ਹਾਂ ਨੇ ਇਹ ਕਰਾਇਆ ਉਹ ਮੇਰੀ ਗੱਲ ਇਸ ਵੇਲੇ ਸੁਣਦੇ ਨੇ। ਉਹਨਾਂ ਨੂੰ ਪਤਾ ਵੀ ਅਸੀਂ ਕਰਾਇਆ, ਸਾਨੂੰ ਵੀ ਪਤਾ, ਸੰਸਾਰ ਨੂੰ ਵੀ ਪਤਾ, ਤੁਹਾਨੂੰ ਵੀ ਪਤਾ, ਸਾਰਿਆਂ ਨੂੰ ਪਤਾ ਇਹ ਕਰਾਉਣ ਵਾਲੀ ਕੌਣ ਨੇ। ਇਹ ਹੋਰ ਵਿਸ਼ਾ ਪਰ ਆਓ ਗੁਰਮੁਖ ਪਿਆਰਿਓ, ਇੰਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਿਓ। ਭਾਈ ਗੁਰੂ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ, ਬਾਬਾ ਕੁਲਵਿੰਦਰ ਸਿੰਘ ਜੀ, ਇਹ ਗੁਰਮੁਖ ਜੋ ਵੀ ਫੈਸਲਾ ਦਿੱਤਾ ਅਸੀਂ ਇਹਨਾਂ ਦੇ ਫੈਸਲੇ ਤੇ ਪੂਰਨੇ ਪਾਵਾਂਗੇ। ਜਿਵੇਂ ਇਹ ਕਹਿਣਗੇ ਅਸੀਂ ਉਸੇ ਤਰ੍ਹਾਂ ਹੀ ਖੜਾਂਗੇ, ਸਾਰਾ ਪੰਥ ਖੜੂਗਾ। 27 ਤਰੀਕ ਨੂੰ ਇਹੋ ਮਹੀਨਾ ਜਿਹੜਾ ਚੱਲ ਰਿਹਾ 27 ਅਕਤੂਬਰ ਟਾਈਮ 2 ਵਜੇ ਐਸੇ ਭਰਤ ਪਲਾਜੇ ਦੇ ਵਿੱਚ ਜਥੇਦਾਰਾਂ ਦੀ ਰਹਿਨੁਮਾਈ ਦੇ ਹੇਠ ਇਹ ਮੀਟਿੰਗ ਹੋਣੀ ਹੈ ਸਾਰੇ ਪੰਥ ਦਰਦੀਆਂ ਦੀ। ਜਿਨ੍ਹਾਂ ਨੂੰ ਦਰਦ ਹੈ ਪੰਥ ਦਾ, ਜਿਨ੍ਹਾਂ ਨੂੰ ਦਰਦ ਆ ਨਾ ਵੀ ਪੰਥ ਦਾ ਵੀ ਇਹ ਹੋਣਾ ਨਹੀਂ ਚਾਹੀਦਾ, ਹਾਂ ਸਾਨੂੰ ਕਹਿ ਦੇਣਾ। ਇਹ ਕਹੀ ਜਾਂਦੇ ਨੇ ਸਾਨੂੰ ਇਹਨਾਂ ਦੀ ਪਰਵਾਹ ਨਹੀਂ, ਕਿਉਂਕਿ ਅਸੀਂ ਇਹਨਾਂ ਦੇ ਕਰਕੇ ਆਏ ਨਹੀਂ। ਇਹ ਜਿੰਨਾ ਮਰਜ਼ੀ ਜ਼ੋਰ ਲਾਈ ਜਾਣ, ਜਿਵੇਂ ਮਰਜ਼ੀ ਸਟੇਜਾਂ ਤੇ ਚੜ੍ਹ ਕਹੀ ਜਾਣ ਇਹ ਝੰਡੇ ਲਾ ਲਓ ਜੀ। ਇਹ ਕਹਿੰਦੇ ਧਾਰਮਿਕ ਸਟੇਜ ਨਹੀਂ, ਫਿਰ ਜੇ ਧਾਰਮਿਕ ਸਟੇਜ ਨਹੀਂ ਫਿਰ ਸੁਖਮਨੀ ਸਾਹਿਬ ਰੋਜ਼ ਕਿਉਂ ਕਰਦੇ ਹੋ? ਸਾਨੂੰ ਇਤਰਾਜ਼ ਨਹੀਂ ਕਿ ਹੋਣਾ ਚਾਹੀਦਾ, ਪਰ ਕਹਿੰਦੇ ਕਿਉਂ ਨੇ ਫਿਰ ਗੱਲਾਂ? ਅਰਦਾਸ ਕਿਉਂ ਕਰਦੇ ਨੇ ਫਿਰ? ਉੱਥੇ ਬਾਈਬਲ ਗੁਰੂ ਮਹਾਰਾਜ ਤੇ ਪਾਤਸ਼ਾਹ ਕਿਰਪਾ ਕਰਨ, ਜਿਹੜਾ ਉਹ ਕੁਰਾਨ ਦੀਆਂ ਆਇਤਾਂ ਉਹ ਕਿਉਂ ਪੜ੍ਹਾਈਆਂ ਜਾਂਦੀਆਂ ਨੇ ਫਿਰ ਬਈ? ਜੇ ਨਹੀਂ ਹਨੂਮਾਨ ਚਾਲੀਸਾ ਪੜ੍ਹਾਇਆ ਜਾਂਦਾ, ਜੇ ਫਿਰ ਨਾਲੇ ਤੇ ਧਰਮ ਨੂੰ ਲੈ ਕੇ ਲੋਕਾਂ ਨੂੰ ਕਤਲ ਕਰ ਰਹੇ ਨੇ ਤੇ ਨਾਲੇ ਕਹਿੰਦੇ ਧਰਮ ਦਾ ਕੋਈ ਮੁੱਦਾ ਹੀ ਨਹੀਂ। ਇਹ ਸਪਸ਼ਟ ਕਰਨ ਆਪਣੀ ਗੱਲ ਇਹ ਵੀ ਇਹ ਗੱਲ ਇਹ ਧਰਮ ਦੇ ਇਹ ਕਿਹੜੇ ਖਾਨੇ ਵਿੱਚ ਪਾਉਂਦੇ ਆ ਗੱਲ ਨੂੰ। ਇਹ ਜਿੰਨਾ ਮਰਜ਼ੀ ਕਹੀ ਜਾਣ, ਸਾਨੂੰ ਇਹਨਾਂ ਦੀ ਪਰਵਾਹ ਕੋਈ ਨਹੀਂ ਤੇ ਨਾ ਅਸੀਂ ਇਹਨਾਂ ਦੇ ਕਰਕੇ ਆਏ ਆ। ਅਸੀਂ ਆਏ ਆ ਕਿਸਾਨ ਮਜ਼ਲੂਮਾਂ ਵਾਸਤੇ, ਜਿਨ੍ਹਾਂ ਵਾਸਤੇ ਸਾਨੂੰ ਸਤਿਗੁਰੂ ਨੇ ਸਾਜਿਆ, ਅਸੀਂ ਉਹਨਾਂ ਵਾਸਤੇ ਆਏ ਆ। ਤੇ ਜਿੰਨਾ ਚਿਰ ਉਹ ਨਹੀਂ ਕਹਿੰਦੇ, ਇਹ ਬੁੱਧੀਜੀਵੀ ਸਾਨੂੰ ਕਹਿ ਦੇਣ ਆ ਕੇ, ਇਹ ਕਿਸਾਨ ਵੀਰ ਸਾਨੂੰ ਕਹਿ ਦੇਣ ਆ ਕੇ ਵੀ ਭਾਈ ਤੁਸੀਂ ਚਲੇ ਜਾਓ, ਅਸੀਂ ਉਸੇ ਵੇਲੇ ਜਿਸ ਤਰ੍ਹਾਂ ਬਾਬਾ ਜੀ ਨੇ ਕਿਹਾ ਅਸੀਂ ਫਤਿਹ ਬੁਲਾ ਕੇ ਇੱਥੋਂ ਚਾਲੇ ਪਾ ਦਿਆਂਗੇ। ਹੁਣ ਪ੍ਰੋਗਰਾਮ ਤੁਸੀਂ ਨਹੀਂ ਨਿਕਲਣੀ, ਨਾ ਗਵਰਨਮੈਂਟ ਕੱਢ ਕੇ ਦੇਵੀ ਹੁਣ ਤੱਕ ਨਹੀਂ ਦਿੱਤੀਆਂ ਸਾਨੂੰ। 83 ਤੋਂ ਲੈ ਕੇ ਗੁਰੂ ਸਾਹਿਬ ਵੇਲੇ ਦੀਆਂ ਬਰਗਾੜੀ ਕਾਂਡ ਦੀਆਂ ਹੁਣ ਤੱਕ ਨਹੀਂ ਇਨਸਾਫ ਮਿਲਿਆ। ਤੇ ਇਹ ਕਾਂਡ ਦਾ ਤਾਂ ਅਸੀਂ ਨਹੀਂ ਮੰਨਦੇ ਵੀ ਸਰਕਾਰ ਕੱਢ ਕੇ ਦੇ ਦੂ, ਪਰ ਅਸੀਂ ਚਾਹੁੰਦੇ ਹਾਂ ਵੀ ਇਸ ਦੀ ਤਹਿਕੀਕਾਤ ਤੱਕ, ਇਹਦੀਆਂ ਜੜਾਂ ਤੱਕ ਜਾਇਆ ਜਾਵੇ। ਕਿਹਨੇ ਭੇਜਿਆ ਉਹ ਬੰਦਾ, ਕਰਾਉਣ ਵਾਲਾ ਕੌਣ ਹੈ, ਕਿਹਦਾ ਹੱਥ ਹੈ ਇਹਦੇ ਵਿੱਚ? ਸਾਜ਼ਿਸ਼ ਬਹੁਤ ਵੱਡੀ ਆ। ਹੋਰ ਵੀ ਹਜੇ ਤਾਂ ਸਾਜ਼ਿਸ਼ਾਂ ਇਸ ਮੋਰਚੇ ਨੂੰ ਖਤਮ ਕਰਨ ਵਾਸਤੇ ਰਚੀਆਂ ਜਾ ਰਹੀਆਂ ਨੇ। ਸਾਰਿਆਂ ਨੂੰ ਸਾਨੂੰ ਗੌਰ ਕਰਨੀ ਚਾਹੀਦੀ ਆ, ਸਤਰਕ ਰਹਿਣਾ ਚਾਹੀਦਾ। ਕਦੇ ਅੱਗ ਲੱਗ ਗਈ, ਕਦੇ ਕੁਛ ਹੋ ਗਿਆ। ਅਸੀਂ ਪਹਿਲਾਂ ਵੀ ਦੇਖੋ ਨਿਹੰਗ ਸਿੰਘ ਜਥੇਬੰਦੀ ਜੋ 26 ਜਨਵਰੀ ਤੋਂ ਪਹਿਲਾਂ ਦੀ ਗੱਲ ਆ, ਹੋ ਸਕਦਾ ਤੁਹਾਡੇ ਚੈਨਲ ਦੇ ਵਿੱਚ ਵੀ ਆਈ ਹੋਵੇ, ਪਾਈ ਵੀ ਸੀਗੀ ਉਸ ਟਾਈਮ, ਹੈਗੇ ਸੀ ਉੱਥੇ ਟਾਈਮ। ਉਦੋਂ 2 ਅਸੀਂ ਪੁਲਿਸ ਵਾਲੇ ਫੜੇ ਸੀ ਨਸ਼ੇ ਦੀ ਹਾਲਤ ਦੇ ਵਿੱਚ। ਤੇ ਜਦੋਂ ਉਹਨਾਂ ਨੂੰ ਪੁੱਛਿਆ ਤੁਸੀਂ, ਉਹ ਕਹਿੰਦੇ ਵੀ ਸਾਨੂੰ ਸਰਕਾਰ ਨੇ ਭੇਜਿਆ। ਦਿੱਲੀ ਪੁਲਿਸ ਦੇ ਬੰਦੇ ਸੀ, ਉਹਨਾਂ ਦਾ ਨਾਂ ਵੀ ਦੱਸਿਆ ਉਸ ਟਾਈਮ ਮੈਂ, ਉਹਨਾਂ ਨੇ ਨੰਬਰ ਪਲੇਟਾਂ ਵਗੈਰਾ ਲੱਗੀਆਂ ਹੋਈਆਂ ਸੀ। ਉਹਨਾਂ ਨੇ ਕਿਹਾ ਸੀ ਕਿ ਅਸੀਂ 26 ਜਨਵਰੀ ਨੂੰ ਕਿਸਾਨਾਂ ਉੱਤੇ ਗੋਲਾਬਾਰੀ ਵੀ ਕਰਾਂਗੇ, ਅਸੀਂ ਲਾਠੀਚਾਰਜ ਵੀ ਕਰਾਂਗੇ, ਜਿਹੜਾ ਕੁਛ ਹੋਇਆ ਅਸੀਂ ਹਮਲਾ ਕਰਾਂਗੇ। ਅਸੀਂ ਉਹਨਾਂ ਨੂੰ ਫੜ ਕੇ, ਕਿਸਾਨ ਜਿਹੜੇ ਜਥੇਬੰਦੀਆਂ ਦੇ ਉਸ ਟਾਈਮ ਵਲੰਟੀਅਰ ਸੀ, ਉਦੋਂ ਬਹੁਤ ਇਕੱਠ ਹੁੰਦਾ ਸੀ, ਉਹ ਫੜਾਏ। ਦੱਸਿਆ ਇਹਨਾਂ ਨੂੰ, ਇਹਨਾਂ ਨੇ ਪਤਾ ਨਹੀਂ ਕਹਾਂ ਪੁਲਿਸ ਨੂੰ ਫੜਾਏ ਜਾਂ ਕੀ ਕਰਿਆ, ਇਹ ਇਹਨਾਂ ਨੂੰ ਪਤਾ। ਪਰ ਉਹਨਾਂ ਦੀਆਂ ਜਿਹੜੀਆਂ ਗੱਲਾਂ ਕਹੀਆਂ ਹੋਈਆਂ ਸੀਗੀਆਂ ਉਹ 26 ਜਨਵਰੀ ਨੂੰ ਪੂਰੀਆਂ ਹੋਈਆਂ। ਸਰਕਾਰ ਨੇ ਸਾਡੇ ਬੰਦਿਆਂ ਉੱਤੇ ਅਟੈਕ ਕੀਤਾ, ਤੁਸੀਂ ਦੇਖਿਆ ਹੀ ਆ। ਭਾਈ ਨਵਰੀਤ ਸਿੰਘ ਦੀ ਗੋਲੀ ਲੱਗ ਕੇ ਉਸ ਵੇਲੇ ਇਹਨਾਂ ਨੇ ਹੱਤਿਆ ਕੀਤੀ, ਉਹਨੂੰ ਸ਼ਹੀਦ ਕੀਤਾ। ਤੇ ਲਾਠੀਚਾਰਜ ਵੀ ਬਹੁਤ ਥਾਵੇਂ ਹੋਇਆ। ਜਦੋਂ ਇਹਨਾਂ ਨੇ ਰਾਹ ਦਿੱਤਾ ਸੀ, ਫਿਰ ਲਾਠੀਚਾਰਜ ਦਾ, ਗੋਲੀ ਚਲਾਉਣ ਦਾ ਕੀ ਮਕਸਦ ਸੀਗਾ? ਤੇ ਇਹ ਸਾਰੀਆਂ ਇਲਜ਼ਾਮ ਜਾਂ ਸਾਰੀ ਜਿਹੜੀ ਸਾਜ਼ਿਸ਼ ਹੈ ਸਰਕਾਰਾਂ ਵੱਲੋਂ ਘੜੀਆਂ ਜਾਂਦੀਆਂ ਨੇ। ਇਸ ਕਰਕੇ ਇਹਦੀ ਸੱਚਾਈ ਤੱਕ ਤਹਿ ਤੱਕ ਪਹੁੰਚਣਾ ਚਾਹੀਦਾ। ਸਾਨੂੰ ਗਲਤ ਦਾ ਮੁੱਦਾ ਨਹੀਂ ਉਸਾਲਣਾ ਚਾਹੀਦਾ। ਮੈਂ ਦੁਬਾਰਾ ਫੇਰ ਬਿਆਨ ਆਇਆ ਹੈ ਜੀ, ਬਿੱਟਾ ਮਹਿੰਦਰਜੀਤ ਸਿੰਘ ਬਿੱਟਾ ਨਹੀਂ ਕਾਂਗਰਸ ਦਾ। ਚਲੋ ਇੱਥੇ ਬਿੱਟੇ ਦੇ ਵੀ ਬਿਆਨ ਰਹੇ ਨੇ, ਇੱਥੇ ਟੱਡਰੀਆਂ ਵਾਲਾ ਵੀ ਬੋਲਦਾ, ਇੱਥੇ ਪਤਾ ਨਹੀਂ ਕਿੰਨੇ ਕੁ ਰੌਲਾ ਪਾਈ ਜਾਂਦੇ ਨੇ। ਬਿੱਟੇ ਦਾ ਬਿਆਨ ਹੈ ਮਹਿੰਦਰਜੀਤ ਸਿੰਘ ਬਿੱਟਾ, ਜਿਹੜਾ ਕਾਂਗਰਸ ਦਾ ਹੈ, ਜੂਹ ਦਾ, ਵੀ ਉੱਥੇ ਆਤੰਕਵਾਦੀ ਉਹਨਾਂ ਨੇ ਬੰਦਾ ਮਾਰਤਾ ਜੀ, ਜੋ ਕਰਤਾ ਕਰਤਾ। ਉਹਨੂੰ ਇਹ ਪੁੱਛਣ ਵਾਲਾ ਹੋਵੇ ਵੀ ਜੇ ਸਿੰਘਾਂ ਨੇ ਬੰਦਾ ਮਾਰਤਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਰ ਲਿਆ, ਵੀ ਜਿਹੜਾ ਤੁਸੀਂ ਕਾਂਗਰਸ ਨੇ 84 ਦੇ ਵਿੱਚ ਘਾਣ ਕੀਤਾ ਹੈ,
ਨਿੱਕੇ ਨਿੱਕੇ ਬੱਚੇ ਅੱਗ ਲਾ ਸਾੜੇ ਆ, ਟਾਇਰ ਪਾ ਗਲਾ ਜਾਂ ਜਨਾਨੀਆਂ ਬੱਚੇ ਆ, ਕਿੰਨੇ ਤੁਸੀਂ ਰੇਪ ਕੀਤੇ ਆ। ਇਹ ਮਨਿੰਦਰਜੀਤ ਸਿੰਘ ਬਿੱਟੇ ਨੂੰ ਪੁੱਛਣਾ ਹੈ ਵੀ ਤੂੰ ਪੱਗ ਬੰਨਦਾ, ਤੂੰ ਆਪ ਸਰਦਾਰ ਹੈ, ਪੱਗ ਬੰਨੀ ਹੋਈ ਆ। ਉਹ ਕਹਿੰਦਾ ਵੀ ਅੱਤਵਾਦੀ ਹੈ, ਕੋਈ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਨਹੀਂ। ਉਹਨੂੰ ਪੁੱਛਣ ਵਾਲਾ ਹੋਵੇ ਵੀ ਜੇ ਅੱਜ ਉੱਤੇ ਜ਼ੁਲਮ ਹੋਇਆ ਹੈ, ਤੁਸੀਂ ਕਾਂਗਰਸ ਨੇ ਕਿੰਨੀ ਕੁ ਘੱਟ ਕੀਤੀ ਸੀ ਸਿੱਖਾਂ ਤੇ, ਟਾਇਰ ਗਲਾ 'ਚ ਪਾ ਸਾੜੇ ਤੁਸੀਂ ਸਿੱਖ। ਉਸ ਟਾਈਮ ਸਿੱਖਾਂ ਨੂੰ ਤੁਸੀਂ ਦੱਸੋ ਕਿੰਨਾ ਇਨਸਾਫ ਦਿੱਤਾ। ਨਿੱਕੇ ਨਿੱਕੇ ਬੱਚੇ ਨੇ ਛੱਡੇ, ਸਾਡੀਆਂ ਧੀਆਂ ਭੈਣਾਂ ਦੇ ਕਿੰਨੇ ਤੁਸੀਂ ਬਲਤਕਾਰ ਕੀਤੇ 84 'ਚ। ਤੁਸੀਂ ਉਹ ਇਨਸਾਫ ਤੇ ਸਾਨੂੰ ਦੇ ਦਿਓ, ਉਹ ਸਬੂਤ ਹੈ ਤੁਹਾਡੇ ਕੋਲ ਹੈਗੇ ਕਾਂਗਰਸ ਦੇ ਕੋਲ। ਜੇ ਤੁਹਾਨੂੰ ਇਹ ਤਕਲੀਫ ਹੁੰਦੀ ਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ, ਵੀ ਇੱਥੇ ਬੰਦਾ ਸੋਹਤਾ ਨਿਹੰਗ ਸਿੰਘਾਂ ਨੇ, ਤੁਹਾਡੇ ਕੋਲ 84 ਦੇ ਸਬੂਤ ਸਾਰੇ ਆ ਵੀ ਕਿੰਨੇ ਤੁਸੀਂ ਸਿੱਖ ਮਾਰੇ ਆ, ਕਿੰਨੇ ਗਲਾ 'ਚ ਟਾਇਰ ਪਾ ਸਾੜੇ, ਕਿੰਨੀਆਂ ਭੈਣਾਂ ਦਾ ਰੇਪ ਹੈ, ਨਿੱਕੇ ਨਿੱਕੇ ਬੱਚੇ ਵੀ ਤੁਸੀਂ ਅੱਗ ਲਾ ਸਾੜੇ ਤੁਸੀਂ ਕਾਂਗਰਸ ਨੇ 84 ਵੇਲੇ। ਤੁਸੀਂ ਸਾਨੂੰ ਉਹ ਇਨਸਾਫ ਜ਼ਰੂਰ ਦਿਓ, ਉਹ ਪ੍ਰੂਫ ਤੁਹਾਡੇ ਕੋਲ ਬਿੱਟਾ ਜੀ, ਸੁਣ ਲਓ ਧਿਆਨ ਦੇ ਨਾਲ। ਜੇ ਤੁਹਾਨੂੰ ਤਕਲੀਫ ਇਹ ਹੋ ਰਹੀ ਨਾ ਵੀ ਇਹ ਆਤੰਕਵਾਦੀ ਹੈ, ਅੱਤਵਾਦੀ ਹੈ, ਤੁਸੀਂ ਦੱਸੋ ਵੀ ਕਿਹੜੇ ਅੱਤਵਾਦੀ ਹੈ ਤੁਸੀਂ ਪੰਜਾਬ ਦੇ ਲੋਕ 84 ਦੇ ਵਿੱਚ ਜਾਣਦੇ, ਤੁਸੀਂ ਘਰ ਹਜੇ ਤੱਕ ਜਿਹੜੇ ਘਰ ਨਹੀਂ ਵਸੇ। सर मेरा एक सवाल था आपसे। बोलो बोलो बोलो। सर मेरा एक आपसे सवाल था राजा राज सिंह जी। हाँ जी, हाँ जी। अभी आपने आपका बयान भी सामने आया था कि जो इस पूरे हत्याकांड में शामिल थे वो 4 निहंगों को हमने पुलिस को आत्मसमर्पण कर दिया है। अब कोई पुलिस गिरफ्तारी करती है तो उसके बाद क्या आपका एक्शन? देखो जिन्हें सीगे जो हमको बताया गया था, जिन्हों के आरोप थे वो सभी गिरफ्तार हुए। अब गिरफ्तार का मतलब रह नहीं जाता। अब क्या मतलब है, जिन्होंने कितना है सिलेंडर का, जिन्होंने किया था उन्होंने जब अकबाल जुर्म सबके सामने, मीडिया के सामने, जज के सामने अखबार कर लिया तो फिर तो अगर किसी को और गिरफ्तार करते हैं फिर तो ये तो ज्यादती होगी। मैं पूछना चाहता हूं आपसे भी, देखो हमको आतंकवादी बिट्टा बता रहा है और भी अतवादी हैं ते बिट्टे उदों तेन शर्म नहीं आई जदों लखीमपुर खीरी दे विच शरेआम भाजपा दे बंदियां ने किसानां नूं दरड़ के मारता, गोली मार के मारता, उदों दा तेरा जुबान खुली नहीं। हुण कुत्ते वांगू भौंकी जाना। जे तेरे जुरत आ असीं सामने बैठे, साडे सामने बैठे गल कर, सारियां गल्लां जवाब देवांगे। उत्थे कुत्ते वांगू ना भौंक, ਅਸੀਂ ਸਾਰੀਆਂ ਸਵਾਲਾਂ ਦਾ ਜਵਾਬ ਦੇਣ ਨੂੰ ਤਿਆਰ ਆ। ਅੱਤਵਾਦੀ ਅਸੀਂ ਆ ਜਾਂ ਉਸ ਟਾਈਮ ਤੁਸੀਂ ਲੋਕ ਤੇ ਜਿਨ੍ਹਾਂ ਨੇ ਨੌਜਵਾਨਾਂ ਨੂੰ ਘਰਾਂ ਦੇ ਵਿੱਚੋਂ ਕੱਢ ਕੇ ਮਾਰਿਆ, ਬੇਅੰਤੇ ਬੁੱਚੜ ਵਰਗਿਆਂ ਨੇ। ਉਸ ਟਾਈਮ ਤੁਸੀਂ ਸਾਡੇ ਸਿੱਖ ਕੌਮ ਦਾ ਕਾਂਗਰਸ ਨੇ ਘਾਣ ਕਰਕੇ ਰੱਖਤਾ। ਅੱਜ ਤੁਸੀਂ ਸਾਨੂੰ ਅੱਤਵਾਦੀ ਦੱਸਦੇ ਹੋ। ਉਹ ਠੱਲ ਤਾਂ ਹੀ ਪੈਣੀ ਜੇ ਬੇਅੰਤਾ ਬੁੱਚੜ ਮਾਰਿਆ ਤਾਂ ਠੱਲ ਪਈ ਨੌਜਵਾਨਾਂ ਨੂੰ। ਨਹੀਂ ਤੁਸੀਂ ਕੋਈ ਛੱਡੇ ਨਹੀਂ, ਬਰਾਤ ਹੀ ਨਹੀਂ ਚੜੀ ਪੰਜਾਬ ਦੇ ਵਿੱਚ। 20 ਸਾਲ ਤੁਸੀਂ ਅੱਜ ਗੱਲਾਂ ਕਰਦੇ ਹੋ, ਸਾਨੂੰ ਅੱਤਵਾਦੀਆਂ ਦਾ ਖਿਤਾਬ ਦਿੰਦੇ ਹੋ। ਹੁਣ ਤੱਕ ਗੁਰੂ ਸਾਹਿਬ ਦੀਆਂ ਬੇਅਦਬੀਆਂ ਦਾ ਹੁਣ ਠੱਲ ਪਊਗੀ। ਜੇ ਅੱਜ ਤੋਂ ਬਾਅਦ ਕੋਈ ਬੇਅਦਬੀ ਕਰਦੇ ਆ ਕਹਿ ਦਿਓ। ਜਿਨ੍ਹਾਂ ਨੇ ਕਰੀ ਆ, ਜਿਨ੍ਹਾਂ ਨੇ ਕਰੀ ਉਹਨਾਂ ਨੂੰ ਸਜ਼ਾ ਦਿੱਤੀ ਆ, ਤੇ ਜਿਨ੍ਹਾਂ ਨੇ ਸੋਧਿਆ ਸਿੰਘਾਂ ਨੇ ਉਹ ਮੁਕਰੇ ਨਹੀਂ। ਉਹਨਾਂ ਨੇ ਹਿੱਕ ਟੋਕ ਕੇ ਕਿਹਾ ਵੀ ਅਸੀਂ ਸੋਧਿਆ, ਅਸੀਂ ਸਿਲੰਡਰ ਕਰਦੇ ਆ। ਇਹਦੇ ਵਿੱਚ ਗੱਲਾਂ ਕਿਹੜੀਆਂ ਅੱਤਵਾਦੀ ਦਾ। ਜੇ ਅਸੀਂ ਇੱਥੇ ਸ਼ਾਂਤੀ ਬਣਾਈ ਰੱਖਣਾ ਤਾਂ ਹੀ ਉਹਨਾਂ ਸਿਲੰਡਰ ਕਿਤੇ ਭੱਜ ਨਹੀਂ ਜਾਂਦੇ। ਅੱਛਾ, ਜਿਹੜਾ ਅੱਤਵਾਦੀ ਉਹ ਭੱਜ ਜੂਗਾ, ਉਹਨਾਂ ਦਾ ਕੰਮ ਨਾ ਭੱਜਣਾ। ਜਿਵੇਂ ਉਹ ਮਿਸ਼ਰਾ ਭੱਜਿਆ, ਫੜ ਕੇ ਮਸਾਂ ਲਿਆਂਦਾ ਅਦਾਲਤ ਦੇ ਕਹੇ ਤੇ, ਸਿਲੰਡਰ ਨਹੀਂ ਉਹਨੇ ਕਰਿਆ। ਮਸਾਂ ਜੋ ਸਾਫਾ ਅਦਾਲਤ ਦਾ ਪਿਆ ਫਿਰ ਉਹ ਆਇਆ। ਉਹ ਅੱਤਵਾਦੀ ਉਹ ਨੇ। ਭਾਰਤ ਦੀ ਸਰਕਾਰ ਆ ਅੱਤਵਾਦੀ ਐ। ਇਸ ਵੇਲੇ ਮੋਦੀ ਸਰਕਾਰ ਅੱਤਵਾਦੀ ਹੈ, ਜਿਹੜੇ ਸਾਡੇ ਉੱਤੇ ਜ਼ੁਲਮ ਕਰ ਰਹੀ ਆ, ਜਿਹੜੇ ਸਾਡੇ ਕਿਸਾਨਾਂ ਨੂੰ ਦਲੜ ਕੇ ਮਾਰਿਆ ਜਾ ਰਿਹਾ, ਕਿਤੇ ਲਾਠੀ ਚਾਰਜ ਕਰਕੇ ਮਾਰਿਆ ਜਾ ਰਿਹਾ। ਅੱਤਵਾਦੀ ਕਾਂਗਰਸ ਹੈ ਜਿਹਨੇ ਸਿੱਖਾਂ ਨੂੰ ਕੋਹ ਕੇ ਮਾਰਿਆ। ਅੱਤਵਾਦੀ ਉਹ ਲੋਕ ਨੇ ਜਿਹੜੇ ਇਨਸਾਨੀਅਤ ਦਾ ਕਤਲ ਕਰ ਰਹੇ ਨੇ, ਜਿਹਨੂੰ ਗੁਰੂ ਦੀ, ਰਮਾਇਣ ਦੀ, ਕੁਰਾਨ ਦੀ ਜਾਂ ਕਿਸੇ ਸਤਿਕਾਰਯੋਗ ਹਸਤੀ ਦੀ ਕੋਈ ਪਰਵਾਹ ਹੀ ਨਹੀਂ। ਉਹਨੂੰ ਦਿਨੇ ਅੱਗ ਲਾ ਕੇ ਉਹਨਾਂ ਦੀ ਸਰੂਪਾਂ ਦੀ ਬੇਅਦਬੀ ਕੀਤੀ ਜਾ ਰਹੀ। ਅੱਤਵਾਦੀ ਵੱਡੇ ਉਹ ਨੇ, ਅਸੀਂ ਨਹੀਂ। ਅਸੀਂ ਅਮਨ ਪਸੰਦ ਦੇਸ਼ ਆ। ਮੈਂ ਬਿੱਟੇ ਨੂੰ ਪੁੱਛਣਾ ਚਾਹੁੰਦਾ ਹੈ ਵੀ ਤੈਂ ਉਦੋਂ ਅੱਤਵਾਦੀ ਕਿਉਂ ਨਹੀਂ ਦੱਸਿਆ ਜਦੋਂ ਸਾਰੇ ਭਾਰਤ ਦੇ ਵਿੱਚ ਕਰੋਨਾ ਮਹਾਮਾਰੀ ਪਈ? ਉੱਥੇ ਇਹਨਾਂ ਨੇ ਜਾ ਕੇ ਸਾਰੇ ਲੰਗਰ ਚਲਾਏ। ਉਦੋਂ ਅਸੀਂ ਕਿੱਥੇ ਸੀ? ਉਦੋਂ ਅਸੀਂ ਸੇਵਾਦਾਰ ਬਣ ਗਏ ਸੀਗੇ। ਅੱਜ ਤੂੰ ਸਾਨੂੰ ਅੱਤਵਾਦੀ ਦੱਸਦਾ। ਤੈਂ ਉਦੋਂ ਅੱਤਵਾਦੀ ਕਿਉਂ ਨਹੀਂ ਦੱਸਿਆ ਜਦੋਂ ਸਾਡੇ ਬੱਚੇ ਸਰਹੰਦਾਂ ਦੇ ਉੱਤੇ ਲੜਦੇ ਨੇ, ਜਾ ਕੇ ਉੱਥੇ ਫੌਜੀ ਦੀ ਦੇਸ਼ ਦੀ ਰਖਵਾਲੀ ਕਰਦੇ ਨੇ ਭਾਰਤ ਦੇ? ਉਹ ਅੱਤਵਾਦੀ ਨਹੀਂ। ਹੁਣ ਸਾਡੇ ਅੱਜ ਪੰਜਾਬ ਦੇ 5 ਨੌਜਵਾਨ ਸਿੱਖ ਆਪਦੀ ਸ਼ਹਾਦਤ ਦਿੱਤੀ ਆ। ਹਫ਼ਤਾ ਹਜੇ ਹੋਇਆ ਨਹੀਂ ਹੈਗਾ।
ਗੱਦੜ ਸਿੰਘ ਵਰਗੇ ਨੌਜਵਾਨ ਜਿਹੜੇ ਹਜੇ ਸਾਲ ਇੱਕ ਵਿਆਹ ਨੂੰ ਵੀ ਨਹੀਂ ਹੋਇਆ, ਚੰਗੀ ਤਰ੍ਹਾਂ ਉਹਨਾਂ ਨੇ ਗ੍ਰਸਤੀ ਜੀਵਨ ਵੀ ਮਾਣਿਆ ਨਹੀਂ। ਉਹ ਤੁਹਾਡੇ ਵਰਗੇ ਟੈਰਰਿਸਟ ਲੋਕਾਂ ਨੇ ਜਿਹੜੇ ਕੁਰਸੀਆਂ ਤੇ ਬਹਿ ਕੇ ਸਾਜ਼ਿਸ਼ਾਂ ਘੜਦੇ ਨੇ, ਚਾਹੇ ਉਹ ਪੁਲਵਾਮਾ ਦਾ ਕਾਂਡ ਹੋਵੇ, ਆਪਦੇ ਦੇਸ਼ ਦੇ ਫੌਜੀਆਂ ਨੂੰ ਦਿਨ ਦਿਹਾੜੇ ਮਾਰ ਦੇਣਾ, ਕੋਈ ਉਗਸ ਨਾ ਕੱਢਣੀ। ਅੱਤਵਾਦੀ ਕੌਣ ਆ? ਅਸੀਂ ਅੱਤਵਾਦੀ ਨਹੀਂ। ਅੱਤਵਾਦੀ ਤੁਸੀਂ ਕੁਰਸੀਆਂ ਤੇ ਬੈਠਣ ਵਾਲੇ ਲੋਕ ਹੋ। ਕਾਂਗਰਸ ਅੱਤਵਾਦੀ ਹੈ, ਭਾਜਪਾ ਅੱਤਵਾਦੀ ਹੈ। ਉਹ ਲੋਕ ਅੱਤਵਾਦੀ ਨੇ ਜਿਹੜੇ ਭਾਰਤ ਦੀ ਜਨਤਾ ਨੂੰ ਕੁਚਲਣਾ ਚਾਹੁੰਦੇ ਨੇ, ਇਹਨਾਂ ਦੇ ਹੱਕਾਂ ਨੂੰ ਮਾਰਨਾ ਚਾਹੁੰਦੇ ਨੇ, ਡਾਕੇ ਮਾਰ ਰਹੇ ਨੇ, ਸਾਨੂੰ ਕੁੱਟ ਕੇ ਮਾਰਿਆ ਜਾ ਰਿਹਾ, ਸਾਡੇ ਉੱਤੇ ਕੇਸ ਪਾਏ ਜਾ ਰਹੇ, ਜੇਲ੍ਹਾਂ ਵਿੱਚ ਜ਼ਬਰਦਸਤੀ ਸੁੱਟਿਆ ਜਾ ਰਿਹਾ, ਸਾਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ। ਤੁਸੀਂ ਅੱਤਵਾਦੀ ਹੋ, ਅਸੀਂ ਅੱਤਵਾਦੀ ਨਹੀਂ, ਅਸੀਂ ਸੱਤਵਾਦੀ ਹਾਂ, ਸੱਚ ਦੀ ਗੱਲ ਕਰਨ ਵਾਲੇ ਆ। ਜੇ ਤੁਹਾਡੇ ਕਿਸੇ ਵੀ ਲੀਡਰ ਦੀ ਜ਼ਰੂਰਤ ਆ, ਅਸੀਂ ਬਹਿ ਸਾਡੇ ਸਾਹਮਣੇ ਬੈਠ ਕੇ ਗੱਲ ਕਰੋ, ਅਸੀਂ ਤਿਆਰ ਹਾਂ। ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੇ, ਤੁਸੀਂ ਸਾਡੇ ਸਵਾਲਾਂ ਦੇ ਜਵਾਬ ਦਿਓ, ਜੇ ਤੁਹਾਡੇ ਵਿੱਚ ਜ਼ਰੂਰਤ ਹੈਗੀ ਤਾਂ। ਨਹੀਂ ਲੋਕਾਂ ਨੂੰ ਲੜਾ ਕੇ ਨਾ ਮਾਰੋ। ਇਸ ਘਟਨਾ ਦੀ ਜੇ ਗੱਲ ਕਰੀਏ ਤੇ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਦਾ ਪ੍ਰਚਾਰ ਹੋ ਰਿਹਾ ਹੈ, ਇਹ ਤਾਂ ਕਹਿ ਦਿੱਤਾ ਜਾ ਰਿਹਾ ਹੈ ਕਿ ਤਾਲੀਬਾਨੀ ਘਟਨਾ ਜਿਹੜੀ ਹੈ ਉਹ ਅੰਜਾਮ ਦਿੱਤਾ ਗਿਆ। ਇਸ ਤਰ੍ਹਾਂ ਦਾ ਪ੍ਰਚਾਰ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਸੋਸ਼ਲ। ਉਹਨਾਂ ਨੇ ਸਾਨੂੰ ਤਾਲੀਬਾਨੀ ਘਟਨਾ, ਉਹ ਜਿਹੜੇ ਬੇਨਤੀ ਉਹਨਾਂ ਨੂੰ, ਜੇ ਕੋਈ ਸ਼ਿਵ ਸੈਨਾ ਜਾਂ ਕੋਈ ਬਿੱਟਾ ਜਾਂ ਡਾਕਟਰ ਗੁਰਿੰਦਰ ਸਿੰਘ ਜਿਨ੍ਹਾਂ ਨੂੰ ਵੀ ਇਹ ਤਕਲੀਫ ਹੈ, ਅਸੀਂ ਇੱਥੇ ਸਿੰਘੂ ਬੋਰਡ ਦੇ ਬੈਠੇ, ਸਾਨੂੰ ਆ ਕੇ ਮਿਲ ਜਾਣਾ, ਅਸੀਂ ਦੱਸ ਦਿੰਦੇ ਹਾਂ। 10 ਵੱਲੋਂ FIR ਕਰਾਈ ਗਈ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ। ਮੇਰੇ ਤੋਂ ਪੁੱਛਣਾ ਕੀ ਪੁੱਛਣਾ ਆ ਕੇ, ਐਵੇਂ ਉੱਥੇ ਬੈਠ ਕੇ ਫੇਸਬੁੱਕ ਤੇ ਭੌਂਕਣ ਦਾ ਕੀ ਫਾਇਦਾ? ਸਾਹਮਣੇ ਆ ਕੇ ਫੇਸ ਟੂ ਫੇਸ ਗੱਲ ਕਰਨ, ਅਸੀਂ ਦੱਸਦੇ ਹਾਂ, ਪੁੱਛੋ ਕੀ ਪੁੱਛਣਾ। ਸਾਨੂੰ ਉਹਨੇ ਤਾਲੀਬਾਨੀ ਕਹਿਤਾ, ਤੁਹਾਡੇ ਸਵਾਲ ਦਾ ਜਵਾਬ ਆ। ਤੇ ਜਦੋਂ ਕਿਸਾਨਾਂ ਉੱਤੇ ਤੁਰੇ ਜਾਂਦੇ ਉੱਤੇ ਨਿਹੱਤਿਆਂ ਉੱਤੇ ਉਹਨਾਂ ਨੂੰ ਜੀਪ ਚੜਾ ਕੇ ਮਾਰਿਆ, ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ, ਉਹ ਕੌਣ ਸੀਗੇ? ਉਹ ਦੇਸ਼ ਭਗਤ ਸੀਗੇ? ਉਹ ਮੈਨੂੰ ਦੱਸੋ ਵੀ ਉਹ ਦੇਸ਼ ਭਗਤ ਹੋ ਗਏ, ਅਸੀਂ ਤਾਲਿਬਾਨੀ ਹੋ ਗਏ? ਅੱਜ ਜਦੋਂ ਪੇਸ਼ੀ ਹੋਈ ਹੈ ਚਾਰੋਂ ਸਿੰਘਾਂ ਦੀ ਕੋਰਟ ਦੇ ਵਿੱਚ, ਪੁਲਿਸ ਇੱਕ ਹੋਰ ਥਿਊਰੀ ਲੈ ਕੇ ਆਈ। ਉਹ ਕਹਿੰਦੇ ਹਜੇ 3 ਤੋਂ 4 ਹੋਰ ਸਿੰਘ ਜਿਹੜੇ ਨੇ ਉਹਨਾਂ ਦੀ ਵੀ ਪਛਾਣ ਕਰਨੀ ਹੈ। ਉਹ ਕਹਿੰਦੇ ਜੀ ਜਿਹੜੇ ਸਿੰਘ ਹਜੇ ਜਿਨ੍ਹਾਂ ਨੇ ਗ੍ਰਿਫਤਾਰੀ ਦਿੱਤੀ ਹੈ, ਉਹ ਸਿੰਘ ਉਹਨਾਂ ਨੂੰ ਚਿਹਰੇ ਤੋਂ ਜਾਣਦੇ ਨੇ, ਵੈਸੇ ਉਹਨਾਂ ਦੇ ਨਾਮ ਨਹੀਂ ਪਤਾ, ਇਸ ਕਰਕੇ ਉਹਨਾਂ ਦੀ ਵੀ ਗ੍ਰਿਫਤਾਰੀ ਹੋ ਸਕਦੀ ਹੈ। ਇਸ ਤਰ੍ਹਾਂ ਦੀ ਥਿਊਰੀ ਜਿਹੜੀ ਹੈ ਕੋਰਟ ਦੇ ਵਿੱਚ ਅੱਜ ਪੁਲਿਸ ਪੇਸ਼ ਕਰਦੀ ਨਜ਼ਰ ਆ ਰਹੀ ਹੈ। ਦੇਖੋ, ਇਹ ਸਰਕਾਰ ਆ, ਜ਼ਬਰਦਸਤੀ ਬਹੁਤ ਕੁਝ ਕਰ ਸਕਦੀ ਹੈ। ਜਦੋਂ ਤੱਕ ਇਹਨਾਂ ਦੀ ਆਪਦੀ ਵਾਰੀ ਆਉਂਦੀ ਹੈ, ਉਦੋਂ ਤਾਂ ਗ੍ਰਹਿ ਮੰਤਰੀ ਵਰਗੇ ਮੁੰਡੇ ਨੇ ਜਿਹੜੇ ਉਹ ਕਿਸਾਨਾਂ ਨੂੰ ਕੁਚਲ ਕੇ ਮਾਰ ਦੇਣ, ਉਹਨਾਂ ਦਾ ਕੋਈ ਦੋਸ਼ ਹੀ ਨਿਰਦੋਸ਼ ਨੇ। ਉਹ ਉਸ ਟਾਈਮ ਸ਼ਾਮਲ ਵੀ ਨਹੀਂ ਹੁੰਦੇ ਵੀ ਅਸੀਂ ਤਾਂ ਇਹ ਕਾਰਨਾਮੇ ਦੇ ਵਿੱਚ ਸ਼ਾਮਲ ਨਹੀਂ ਸੀਗੇ, ਅਸੀਂ ਬੇਗੁਨਾਹ ਹੋ ਗਏ। ਤੇ ਧਮਕੀਆਂ ਦਿੱਤੀਆਂ ਜਾਂਦੀਆਂ ਨੇ। ਰਮਨ ਕਸ਼ਪ ਜਿਹੜਾ ਮੁੰਡਾ ਮਾਰਿਆ ਗਿਆ, ਉਹਦੇ ਪਰਿਵਾਰ ਨੂੰ ਅਸੀਂ ਮਿਲ ਕੇ ਆਏ ਆ, ਮੇਰੇ ਕੋਲੇ ਵੀਡੀਓ ਪਈ ਆ। ਉਹਨੇ ਬਕਾਇਦਾ ਕਿਹਾ ਸਾਨੂੰ ਗਵਰਨਮੈਂਟ ਨੇ ਦਬਾਇਆ ਜਾ ਰਿਹਾ ਵੀ ਕਿਸਾਨਾਂ ਨੇ ਕੁੱਟ ਕੇ ਮਾਰਿਆ, ਤੁਸੀਂ ਇਹ ਬਿਆਨ ਦੇਵੋ। ਉਹ ਕਹਿੰਦੇ ਅਸੀਂ ਇਹ ਬਿਆਨ ਨਹੀਂ ਦਿੰਦੇ, ਇਹ ਭਾਜਪਾ ਵਾਲਿਆਂ ਦਾ ਸਾਰਿਆਂ ਦਾ ਕੰਮ ਆ। ਤੇ ਸਾਨੂੰ ਜ਼ਬਰਦਸਤੀ, ਦੇਖੋ ਇਹਦੇ ਵਿੱਚ ਸਾਰਿਆਂ ਨੂੰ ਪਤਾ ਵੀ ਉਹਨਾਂ ਨੇ ਜੁਰਮਾਨਾ ਆਪਣੇ ਕਬੂਲ ਕਰ ਲਿਆ ਵੀ ਅਸੀਂ ਉਹਦਾ ਸੌਦਾ ਲਾਇਆ, ਫਿਰ ਇਹਦੇ ਵਿੱਚ ਦੂਸਰਿਆਂ ਨੂੰ ਹੋਰ ਇਨਵਾਈਟ ਕਰਨ ਦੀ ਕੀ ਮਤਲਬ ਆ? ਜੇ ਹੁਣ ਅਸੀਂ ਸਾਰੇ ਪੰਥ ਨੂੰ ਫਿਰ ਸੱਦਾ ਦਵਾਂਗੇ। ਜੇ ਇਹਦੇ ਵਿੱਚ ਧੱਕਾ ਕਰਨਗੇ, ਬੰਦਿਆਂ ਨੂੰ ਨਾਮਜ਼ਦ ਕਰਨਗੇ, ਫਿਰ ਇਹਦਾ ਅਸੀਂ ਵਿਰੋਧ ਕਰਾਂਗੇ। ਅਸੀਂ ਪਹਿਲੋਂ ਬੰਦੇ ਲੈ ਕਹਿ ਕੇ ਦਿੱਤੇ ਨੇ, 4 ਜਿਹੜੇ ਬੰਦੇ ਨੇ ਉਹ ਕਹਿ ਕੇ ਦਿੱਤੇ ਨੇ। ਜੇ ਹੁਣ ਉੱਪਰ ਦੀ ਗੱਲ ਕਰਨਗੇ, ਕੋਈ ਚੌਥਾ 5ਵਾਂ 6ਵਾਂ ਦੇ ਫੜ ਦੀ ਗੱਲ ਇਹ ਕਰਦੇ ਆ, ਫਿਰ ਇਹਦਾ ਵਿਰੋਧ ਵੀ ਹੋਊਗਾ। ਇਹਦੇ ਵਾਸਤੇ ਇਹ ਤਿਆਰ ਆ ਪੂਰੇ। ਅੱਜ ਸਿੰਘ ਕਹਿੰਦੇ ਨਜ਼ਰ ਆਏ ਕਿ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ। ਕੋਰਟ ਦੇ ਵਿੱਚ ਉਹਨਾਂ ਨੇ ਆਹ ਗੱਲ ਆਖੀ ਹੈ, ਕਹਿੰਦੇ ਜੋ ਵੀ ਇਹੋ ਜਿਹੀ ਘਟਨਾ ਨੂੰ ਅੰਜਾਮ ਦਿੰਦਾ ਹੈ ਪੱਥ ਭ੍ਰਸ਼ਟ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਉੱਠਿਆ। ਇਹ ਤਾਂ ਹੈਗਾ ਹੀ ਆ। ਦੇਖੋ, ਸਤਿਕਾਰਯੋਗ ਆ, ਜਦੋਂ ਰਾਮਾਇਣ ਦੀ ਬੇਅਦਬੀ ਹੁੰਦੀ ਆ ਸਾਨੂੰ ਓਨਾ ਹੀ ਦੁੱਖ ਲੱਗਦਾ। ਜੇ ਕੋਈ ਕੁਰਾਨ ਦੀ ਬੇਅਦਬੀ ਕਰਦਾ ਸਾਨੂੰ ਓਡਾ ਹੀ ਦੁੱਖ ਹੈ। ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਇਸ਼ਟ ਦੀ ਅੱਜ ਬੇਅਦਬੀ ਹੋਈ ਆ ਤਾਂ ਸਾਨੂੰ ਉਦੋਂ ਵੱਡਾ ਦੁੱਖ ਹੈ। ਤੇ ਜਿਹੜੇ ਦੂਜੇ ਲੋਕ ਨੇ ਜਿਹੜੇ ਸਾਨੂੰ ਜਾਤਾਂ ਪਾਤਾਂ ਦੇ ਵਿੱਚ ਵੰਡ ਕੇ ਆਪਣੇ ਕੁਰਸੀਆਂ ਤੇ ਕਾਬਜ਼ ਹੋਏ ਨੇ, ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਜਿਹੜੇ ਹੁਣ ਲੋਕ ਨੇ ਪੜ੍ਹੇ ਲਿਖੇ ਨੇ ਉਹ ਤੁਹਾਡੀਆਂ ਚਾਲਾਂ ਨੂੰ ਸਮਝ ਰਹੇ ਨੇ। ਇਹ ਸਾਰਾ ਇਸ਼ੂ ਜੋ ਬਣਾਇਆ ਸਾਡੇ ਨਾਲ, ਪਹਿਲਾਂ ਮੈਨੂੰ ਦੱਸੋ ਉਸ ਬੰਦੇ ਦੀ ਜਾਤੀ ਦੁਸ਼ਮਣੀ ਸੀਗੀ ਜਾਂ ਹੋਰ ਸੀ? ਜੇ ਉਹ ਇੱਥੇ ਭੇਜਿਆ, ਸਾਜ਼ਿਸ਼ ਘੜਤਾ, ਕਿਸੇ ਲਾਲਚ ਦੇ ਵਿੱਚ ਆ ਕੇ ਉਹਨੇ ਇਸ਼ਟ ਨੂੰ ਹੱਥ ਪਾਇਆ, ਤਾਂ ਹੀ ਉਹਦਾ ਇਹ ਹਾਲ ਹੋਇਆ। ਇਹ ਮੁਕਰੇ ਨਹੀਂ ਹੈਗੇ। ਕਹਿ ਰਹੇ ਨੇ ਜੀ, ਕਹਿੰਦੇ ਵੀ ਉਹਨੂੰ ਚੋਆ ਜਿਹਾ ਬਾਣਾ ਤੁਸੀਂ ਆਪ ਪਵਾਇਆ। ਉਹਨੂੰ ਬਾਣਾ ਕਿਸੇ ਨੇ ਨਹੀਂ ਪਵਾਇਆ ਜੀ, ਉਹ ਬਾਣਾ ਉਹਨੇ ਆਪਣੇ ਆਪ ਚੋਰੀ ਚੁੱਕ ਕੇ ਪਾਇਆ ਉੱਥੋਂ, ਉਹਨੂੰ ਕਿਸੇ ਨੇ ਬਾਣਾ ਨਹੀਂ ਪਵਾਇਆ। ਐਵੇਂ ਗੱਲਾਂ ਨਹੀਂ ਕਰਨੀਆਂ ਲੋਕ। ਜ਼ਰੂਰ ਇਹ ਹੈਗੀ
ਹਰੇਕ ਬੰਦਾ ਇਹ ਕਰਦਾ ਜੀ, ਉਹਨੂੰ ਆਪ ਆ ਕੇ ਬਾਣਾ ਆਪ ਇਸ ਤਰ੍ਹਾਂ ਕਰਦਾ। ਇਹੋ ਜਿਹੀ ਕੋਈ ਗੱਲ ਨਹੀਂ, ਦੇਖੋ, ਉਹਨੇ ਆਪ ਚੁੱਕਿਆ। ਫਿਰ ਇੱਕ ਹੋਰ ਤੁਸੀਂ ਆ ਜਿਹੜੀ FIR ਆ ਜਿਹੜੀ ਲਿਖੀ ਗਈ ਆ, ਉਹਦੇ ਵਿੱਚ ਇਹ ਲਿਖਿਆ ਗਿਆ 302 ਤੇ 34 ਧਾਰਾ ਲੱਗੀ ਆ, ਤੇ ਉਹਦੇ ਵਿੱਚ ਜਿਹੜੀ FIR ਦਰਜ ਕੀਤੀ ਗਈ ਆ ਉਹ ਪੁਲਿਸ ਵੱਲੋਂ ਵੀ ਕੀਤੀ ਹੈ, ਕਿਸੇ ਵੱਲੋਂ ਨਹੀਂ ਕਰਾਈ ਗਈ। ਉਹ ਗੁੰਮਨਾਮ ਬੰਦਾ ਕੌਣ ਸੀ ਤੇ ਕਿੰਨਾ ਨੇ ਮਾਰਿਆ ਉਹ ਵੀ ਗੁੰਮਨਾਮ ਨੇ, ਕਿਸੇ ਦੀ ਪਛਾਣ ਤਾਂ ਕੋਈ ਨਹੀਂ। ਇਹ ਤਾਂ ਜੇ ਨਿਹੰਗ ਸਿੰਘਾਂ ਨੇ ਆਪਣਾ ਕਿਹਾ ਵੀ ਸਾਡੇ ਗੁਰੂ ਦੀ ਬੇਅਦਬੀ ਹੋਈ ਆ, ਇਹਨੇ ਕੀਤੀ ਆ ਸ਼ਖਸ ਨੇ, ਅਸੀਂ ਤਾਂ ਮਾਰਿਆ, ਉਹ ਮੁਕਰੇ ਨਹੀਂ, ਉਹ ਭੱਜੇ ਨਹੀਂ। ਫਿਰ ਇਹਦੇ ਵਿੱਚ ਹੋਰ ਦੱਸੋ ਕੀ ਹੋਣਾ ਚਾਹੀਦਾ? ਉਹ ਸੂਰਮੇ ਨੇ ਜਿਨ੍ਹਾਂ ਨੇ ਆਪਣੇ ਕਵਾਲੇ ਜੁਰਮ ਕਬੂਲ ਕਰ ਲਿਆ। ਮੈਂ ਕਹਿੰਦਾ ਮੈਨੂੰ ਦੁਨੀਆ ਦਾ ਕੋਈ ਵੀ ਪੁਲਿਸ ਦਾ ਜਿਹੜਾ ਵੱਡਾ ਉੱਚ ਅਧਿਕਾਰੀ ਹੈ ਉਹ ਇੱਕੋ ਹੀ ਗੱਲ ਦਾ ਮੇਰੇ ਜਵਾਬ ਦੇ ਦੇਵੇ ਵੀ 302 ਦਾ ਜਦੋਂ ਕੇਸ ਬਣਦਾ ਹੈ, ਤੁਹਾਡੇ ਕੋਲੇ ਕੋਈ ਬੰਦਾ ਆਪ ਆਇਆ ਚੱਲ ਕੇ? ਅੱਜ ਨਿਹੰਗ ਸਿੰਘ ਫੌਜਾਂ ਨੇ ਜੇ ਸੋਧਾ ਲਾਇਆ ਉਹਨਾਂ ਨੂੰ, ਤਾਂ ਸਾਰੀ ਕੌਮ ਨੇ, ਸਾਰੇ ਪੰਥ ਨੇ ਉਹਨਾਂ ਦੀ ਹਿੱਟ ਥਾਪੜੀ ਆ, ਤੇ ਪੂਰੇ ਸਤਿਕਾਰ ਦੇ ਨਾਲ, ਮਾਣ ਦੇ ਨਾਲ ਅਸੀਂ ਰਾਤ ਆਪਣੇ ਹੱਥਾਂ ਦੇ ਨਾਲ ਉਹਨੂੰ ਜਾ ਕੇ ਥਾਣੇ ਦੇ ਵਿੱਚ ਛੱਡ ਕੇ ਆਏ ਆ, ਪੇਸ਼ ਕਰਕੇ ਆਏ ਆ। ਅਸੀਂ ਭੱਜ ਨਾ ਜਾਂਦੇ, ਜਦੋਂ ਅਣਪਛਾਤੇ ਸੀ ਉੱਥੇ ਕਿਹਨੂੰ ਭਾਲ ਲੈਂਦੇ। ਇਸ ਕਰਕੇ ਹੁਣ ਸਰਕਾਰ ਇਹਨੂੰ ਹੋਰ ਬੜਾਵਾ ਦੇਵੇ, ਇੱਥੇ ਸੰਕੋਚ ਕਰੇ, ਜਿਹੜੀ ਕਾਨੂੰਨੀ ਪ੍ਰਕਿਰਿਆ ਉਹ ਆਰੰਭ ਕਰੇ, ਜਿੱਧਰ ਉਹਦੀਆਂ ਜੜਾਂ ਜਾਂਦੀਆਂ ਨੇ। ਜਿਹੜੀ ਸੱਚਾਈ ਆ, ਜਿਹੜੇ ਬੰਦਿਆਂ ਨੇ ਭੇਜਿਆ, ਕਿਉਂ ਭੇਜਿਆ, ਉਧਰ ਤੁਰਨਾ ਚਾਹੀਦਾ, ਉਹ ਸੱਚਾਈ ਕੱਢਣੀ ਚਾਹੀਦੀ ਆ। ਜੇ ਅਸੀਂ ਜਾਣਬੁੱਝ ਕੇ ਉਹਨੂੰ ਕਤਲ ਕਰਿਆ ਜਾਂ ਸਾਡੀ ਨਿੱਜੀ ਰੰਜਿਸ਼ ਉਹਦੇ ਵਿੱਚ ਨਿਕਲਦੀ ਹੈ, ਅਸੀਂ ਸਾਰੇ ਜੇਲ੍ਹ ਜਾਣ ਨੂੰ ਤਿਆਰ ਹਾਂ। ਬਾਬਾ ਜੀ, ਇੱਕ ਸੰਯੁਕਤ ਮੋਰਚੇ ਦੇ ਜੋਗਿੰਦਰ ਯਾਦਵ ਵੱਲੋਂ ਬਿਆਨਬਾਜ਼ੀ ਆ ਰਹੀ ਹੈ ਕਿ ਨਿਹੰਗ ਜਥੇਬੰਦੀਆਂ ਨਾਲ ਸਾਡਾ ਕੋਈ ਵਾਹ ਵਾਸਤਾ ਨਹੀਂ ਸੀ, ਪਹਿਲੇ ਦਿਨ ਤੋਂ ਇਹਨਾਂ ਨੂੰ ਕਿਹਾ ਸੀ ਤੁਹਾਡੇ ਲਈ ਤੇ ਕੋਈ ਜਗ੍ਹਾ ਨਹੀਂ, ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ? ਜੇ ਜੋਗਿੰਦਰ ਯਾਦਵ ਨਿਹੰਗ ਸਿੰਘਾਂ ਵਾਸਤੇ, ਉਹਦੇ ਵਾਸਤੇ ਕੋਈ ਜਗ੍ਹਾ ਨਹੀਂ, ਤਾਂ ਜਿਹੜੇ ਨਿਹੰਗ ਸਿੰਘ ਨੇ ਉਹ ਲੱਲੂ ਇਹ ਲੱਲੂ ਜਿਹਾ ਬੰਦਾ ਵਾ ਜੋਗਿੰਦਰ ਯਾਦਵ, ਇਹਦੇ ਨਾਲ ਕੋਈ ਐਡਾ ਕੋਈ ਖਾਸ, ਮੈਂ ਕਹਿੰਦਾ ਉਹ ਇਕੱਠ ਕਰੇ, ਮੈਨੂੰ ਦਿਖਾਵੇ ਕਿੰਨੇ ਕੁ ਉਹਦੇ ਇਲਾਕੇ ਦੇ ਤੁਰਦੇ ਨੇ, ਕਿੰਨੇ ਕੁ ਬੰਦੇ ਉਹਦੇ ਇਲਾਕੇ, ਉਹਦਾ ਕੋਈ ਨਹੀਂ ਤੁਰਦਾ ਹੈਗਾ। ਉਹ ਅੱਜ ਇੱਥੇ ਗੱਲਾਂ ਮਾਰਦਾ, ਹੀਰੋ ਬਣਦਾ ਫਿਰਦਾ। ਸਾਡੇ ਸੰਯੁਕਤ ਮੋਰਚੇ ਵਾਲੇ ਇਹੋ ਜਿਹੇ ਲੰਨੂਆਂ ਨੂੰ ਸਿਰ ਤੇ ਚੜਾ ਰੱਖਿਆ, ਉਹ BJP ਦਾ RSS ਦਾ ਬੰਦਾ ਵਾ। ਇਹ ਜਿਹੜੇ ਇਹੋ ਜਿਹੇ ਗੱਲਾਂ ਕਰਦਾ, ਉਹ ਜਿੱਥੇ ਮਰਜ਼ੀ ਬੈਠ ਕੇ, ਮੈਂ ਜੋਗਿੰਦਰ ਯਾਦਵ ਨੂੰ ਚੈਲੰਜ ਕਰਨਾ ਚਾਹੁੰਦਾ, ਜਿੱਥੇ ਮਰਜ਼ੀ ਸਾਹਮਣੇ ਬੈਠ ਕੇ ਗੱਲ ਕਰ, ਜੇ ਤੇਰੇ ਜ਼ਰੂਰਤ ਆ, ਭਕਾਈ ਕੁੱਤਿਆਂ ਵਾਲੀ ਨਾ ਮਾਰ, ਅਸੀਂ ਜਿੱਥੇ ਮਰਜ਼ੀ ਬੁਲਾ, ਅਸੀਂ ਆਉਨੇ ਆ ਲਾਈਵ ਚੱਲਦੇ ਜੋ ਗੱਲਾਂ ਬਾਤਾਂ ਹੋਣਗੀਆਂ, ਸਾਡੇ ਸਵਾਲਾਂ ਦਾ ਜਵਾਬ ਦਿਓ। ਉਦੋਂ ਜੋਗਿੰਦਰ ਯਾਦਵ ਉਦੋਂ ਕਿਉਂ ਨਹੀਂ ਆਇਆ ਜਦੋਂ RSS BJP ਚੜ ਕੇ ਆ ਗਈ ਸੀ ਸਟੇਜ ਦੇ ਉੱਤੇ, ਕਿਸਾਨਾਂ ਨੂੰ ਮਾਰ ਕੁੱਟ ਕਰ ਰਹੀ ਸੀ? ਉਦੋਂ ਇਹ ਜੋਗਿੰਦਰ ਯਾਦਵ ਕਿੱਥੇ ਗਿਆ ਸੀ? ਉਦੋਂ ਰਾਜੇਵਾਲ ਕਿੱਥੇ ਗਿਆ ਸੀਗਾ? ਉਹ ਤਾਂ ਕਹਿੰਦੇ ਸਾਡੇ ਹੈ ਨਹੀਂਗੇ, ਆ ਸਾਡੇ ਤੇ ਇਲਜ਼ਾਮਬਾਜ਼ੀ ਕਰ ਰਹੇ ਨੇ। ਸਾਡੇ ਕੋਲ ਵੱਡੇ ਖੁਲਾਸੇ ਨੇ, ਜੇ ਅਸੀਂ ਆਪਦੀ ਆਈ ਤੇ ਆ ਕੇ ਇਹਨਾਂ ਨੂੰ ਭੱਜਣ ਨੂੰ ਰਾਹ ਨਹੀਂ ਸੀ ਸਾਡੇ ਲੀਡਰਾਂ ਨੂੰ। ਕਿੱਥੇ ਫਿਰਦੇ ਨੇ ਇਹ? ਕਿੱਥੇ ਕਿਉਂ ਸਾਰੇ ਭਾਰਤ ਦੇ ਕਿਸਾਨਾਂ ਨੂੰ ਅੱਗ ਦੀ ਝੋਕ ਚ ਝੋਕ ਰਹੇ ਨੇ? ਜੋ ਕੁਝ ਹੋ ਰਿਹਾ ਇਹਨਾਂ ਕਿਸਾਨਾਂ ਦੀ ਬਦੌਲਤ ਹੋ ਰਿਹਾ, ਨਹੀਂ ਐਡਾ ਕੰਮ ਹੋਣਾ ਹੀ ਸੀਗਾ। ਇਹ ਆਪਦੇ ਜਿਹੜੇ ਇਹੋ ਜਿਹੇ ਲੰਡੂ ਬੰਦੇ ਨੇ, ਉਹ ਆਪਦੀਆਂ ਜ਼ਬਾਨਾਂ ਨੂੰ ਲਗਾਮ ਦੇਣ, ਜਾਂ ਅਸੀਂ ਚੈਲੰਜ ਕਰਦੇ ਸਾਰਿਆਂ ਨੂੰ, ਸਾਡੇ ਸਾਹਮਣੇ ਬੈਠੋ, ਤੁਸੀਂ ਸਾਡੇ ਸਾਹਮਣੇ ਬੈਠੋ, ਸਾਨੂੰ ਸਵਾਲ ਕਰੋ, ਅਸੀਂ ਜਵਾਬ ਦੇਵਾਂਗੇ। ਜੇ ਤੁਹਾਡੇ ਜੁਰਤ ਹੈ, ਜੇ ਤੁਸੀਂ ਸੱਚੇ ਹੋ, ਤਾਂ ਅਸੀਂ ਸਵਾਲ ਕਰਾਂਗੇ, ਤੁਸੀਂ ਜਵਾਬ ਦੇ ਕੇ ਦਿਓ ਉਹਦਾ। ਐਵੇਂ ਭਕਾਈ ਮਾਰੀ ਜਾਣੀ, ਐਵੇਂ ਕਰੀ ਜਾਣਾ, ਉਹ ਨਾ ਕਰਿਓ, ਕਰੋ। ਤੁਹਾਡੀਆਂ ਕਿੱਡੀਆਂ ਸੇਵਾਵਾਂ ਨੇ, ਜੱਗ ਜਾਣਦਾ ਵੀ ਸਾਡੀਆਂ ਕਿੱਡੀਆਂ ਸੇਵਾਵਾਂ ਨੇ। ਜੇ ਸੰਗਤ ਕਹੂ ਅਸੀਂ ਤਾਂ ਕਹਿੰਦੇ ਪ੍ਰਵਾਨ ਕਰਦੇ ਆ, ਜੇ ਸੰਗਤ ਕਹੂ ਚਲੇ ਜਾਵਾਂਗੇ, ਸੰਗਤ ਕਹੂ ਰਹਿ ਪਾਂਗੇ, ਜਿੰਨੀ ਸੇਵਾ ਹੋਗੀ ਪ੍ਰਵਾਨ ਕਰ ਲਏ।